ਸਬਸਕ੍ਰਾਈਬ ਕਰੋ ਸਾਡਾ ਚੈਨਲ 47ਨਾਮਾ ਤੇ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਘੰਟੀ ਦਾ ਬਟਨ ਜ਼ਰੂਰ ਦਬਾਓ। ਫਿਰ ਬਾਬੂ ਹਰਨਾਮ ਸਿੰਘ ਸਫੈਦ ਪੋਸ਼ਣ ਸਿਰਫ ਸਾਡੇ ਚੱਕ ਦੇ ਵਿੱਚ ਆਬਾਦਗਾਰਾਂ ਵਿੱਚ ਸਿਰਫ ਇੱਕੋ ਘਰ ਸਫੈਦ ਪੋਸ਼ਣ ਦਾ ਸੀ। ਉਹਨਾਂ ਨੂੰ ਜ਼ਮੀਨ ਮਿਲੀ ਸਮੁੰਦਰੀ ਤਹਿਸੀਲ ਚ 5 ਮਰਬੇ। ਹੁਣ ਲੁੱਟਣ ਵਾਲੀ ਗੱਲ ਹੈ ਵੀ ਇਹ ਕਿੱਦਾਂ ਦੀਆਂ ਬਰਾਦਰੀਆਂ ਸਨ। ਉਹ ਮੈਂ ਤੁਹਾਨੂੰ ਦੱਸਣਾ, ਉਹਨਾਂ ਨੂੰ 5 ਮਰਬੇ ਜ਼ਮੀਨ ਮਿਲੀ ਸਫੈਦ ਪੋਸ਼ਾਂ ਨੂੰ ਦੇ ਬਜ਼ੁਰਗ ਨੂੰ। ਉਹਨੇ ਅੰਗਰੇਜ਼ ਨੂੰ ਕਿਹਾ ਵੀ ਮੈਂ ਇੱਥੇ ਨਹੀਂ ਰਹਿਣਾ, ਮੈਂ ਬਰਾਦਰੀ 'ਚ ਜਾਣਾ। ਵਾਹ ਜੀ ਵਾਹ। ਮੈਂ ਇੱਥੇ ਖੈਰ ਬਰਾਦਰੀ 'ਚ ਨਹੀਂ ਰਹਿਣਾ, ਭਾਵੇਂ ਮੈਨੂੰ 5 ਹੀ ਦਿੱਤੇ ਆ, ਮੈਂ ਆਪਣੀ ਬਰਾਦਰੀ 'ਚ ਜਾਣਾ। ਉਹਨੇ ਆਖਿਆ ਵੱਲ ਜੇ ਤੂੰ ਆਪਣੀ ਬਰਾਦਰੀ 'ਚ ਜਾਣਾ 4 ਮਿਲਣਗੇ, 5 ਨਹੀਂ ਮਿਲਣਗੇ। ਉਹ ਜ਼ੈਲਦਾਰ ਕਹਿੰਦਾ ਵੀ ਮੇਰੇ ਪੋਤੀ 4 ਨੇ, ਤੁਸੀਂ ਮੈਨੂੰ ਦੇਣੇ ਹਨ, ਤੇ ਮੇਰੇ ਪੋਤੀ 4 ਨੇ ਤੇ ਮੈਨੂੰ ਉਹ 4 ਮਜ਼ਦੂਰ ਨੇ। ਉਹ ਫਿਰ ਇੱਥੇ ਉਹਨੂੰ 4 ਮਿਲੇ। ਵਾਹ ਜੀ ਵਾਹ। ਇਹ ਕਹਾਣੀਆਂ ਬੜੀਆਂ ਲੰਬੀਆਂ ਨੇ ਮਹਾਰਾਜ। ਜੇ 5 ਸਾਲਾਂ ਤੋਂ ਵੱਧ ਬਣ ਲਓ ਤੇ ਰੋਈਆ ਨਾ ਨਹੀਂ ਰਹੀ ਦਿਓ, ਆਉਂਦੇ ਹੋਰ ਦਿਓ। ਆਪਣੀ ਲੋੜ ਨੂੰ ਡੰਗਰਾਂ ਨੂੰ ਪਿਛਵਾਉਣਾ ਤੇ ਅਸੀਂ ਸੜਕ ਤੇ ਟਾਹਲੀਆਂ ਵੱਢਣੀਆਂ, ਉਹਨਾਂ ਨੂੰ ਪਾੜਨਾ, ਪਾੜ ਕੇ ਧੁੱਪੇ ਰੱਖਣਾ। ਹਾਂਜੀ, ਇੱਕ ਕਹਾਵਤ ਮਸ਼ਹੂਰ ਆ, ਸੱਸ ਵਿਹਲੀ ਵੀ ਲੜੇ ਤੇ ਟਾਹਲੀ ਗਿੱਲੀ ਵੀ ਬੜੇ। ਇਹ ਕਹਾਵਤ ਪੰਜਾਬੀ ਦੀ ਹੈ ਨਾ। ਉਹ ਟਾਹਲੀ ਗਿੱਲੀ ਵੀ ਫਿਰ ਬਾਲਦੀ ਪਈ, ਉਹ ਵੀ ਫਿਰ ਬਾਲਦੇ ਰਹੇ। ਸਾਡੀ ਜ਼ਮੀਨ ਜਿਹੜੀ ਸੀ ਉਹ ਲਾਟ ਹੋਈ 3 ਪਿੰਡਾਂ 'ਚ। ਲੁੱਟ ਵਾਲੀ ਗੱਲ, ਅੰਗਰੇਜ਼ ਨੇ ਸੱਕੇ ਇੱਕ ਦੂਜੇ ਨਾਲ ਨਿਭਾਏ ਆ। ਜਦੋਂ ਜ਼ਮੀਨ ਦਿੱਤੀ ਆ, ਪਿੰਡ ਘਰ ਨਾਲ ਘਰ ਤੇ ਮਰਬੇ ਦਾ ਮਰਬਾ ਦਿੱਤਾ, ਤੇ ਸਾਡੀ ਸਰਕਾਰ ਨੇ ਸਾਡੇ ਇੱਕ ਦੀ ਜ਼ਮੀਨ ਨੂੰ 3 ਪਿੰਡਾਂ 'ਚ ਦਿੱਤਾ। ਫਿਰ ਪਿੰਡ ਕਿਹੜੇ? ਲਓ ਜੀ, ਮੈਂ ਅੱਜ ਪਹੁੰਚਿਆ ਪਿੰਡ ਮਸਾਣੀਆਂ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ। ਮਸਾਣੀਆਂ ਆਪਣੇ ਵੇਲੇ ਦੇ ਵਿੱਚ ਬਹੁਤ ਮਸ਼ਹੂਰ ਪਿੰਡ ਸੀ। ਖਾਸ ਤੌਰ ਤੇ ਦੱਸਦੇ ਨੇ ਕਿ ਜਿਹੜੇ ਇੱਥੇ ਦੇ ਸੈਯਦ ਸੀਗੇ, ਜਿਨ੍ਹਾਂ ਦੀ ਇਹ ਸਾਰੀ ਮਲਕੀਅਤ ਸੀਗੀ, ਉਹਨਾਂ ਨੂੰ ਮੰਨਣ ਵਾਲੇ ਨੇੜੇ ਤੇੜੇ ਦੇ ਬਹੁਤ ਮੁਸਲਮਾਨ ਸੀਗੇ। 47 ਤੋਂ ਬਾਅਦ ਇਹ ਪਿੰਡ ਸਿਆਲਕੋਟੀਆਂ ਨੂੰ ਮਿਲਿਆ। ਸਿਆਲਕੋਟੀਏ ਚੀਮੇ ਵੀ ਆਏ, ਸਾਹੀ ਵੀ ਆਏ, ਵਰਿਆ ਵੀ ਆਏ, ਕਾਲੋਂ ਵੀ ਆਏ, ਨਾਗਰੇ ਵੀ ਆਏ। ਬੜੀਆਂ ਮਤਲਬ ਸਿਆਲਕੋਟੀਆਂ ਦੀਆਂ ਗੋਤਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ। ਜਿਨ੍ਹਾਂ ਬਜ਼ੁਰਗਾਂ ਨਾਲ ਮੈਂ ਬੈਠਾ, ਇਹਨਾਂ ਦਾ ਜਿਹੜਾ ਵਾਹ ਵਾਸਤਾ ਆ, 47 ਤੋਂ ਪਹਿਲਾਂ ਗੁਰਦਾਸਪੁਰ ਦੀ ਉਹ ਤਹਿਸੀਲ ਜਿਹੜੀ ਪਾਕਿਸਤਾਨ ਨੂੰ ਮਿਲ ਗਈ, ਸ਼ਕਰਗੜ੍ਹ, ਜਿਹਦੇ ਬੱਟੇ ਹਿੰਦੁਸਤਾਨ ਨੂੰ ਪੱਟੀ ਤਹਿਸੀਲ ਮਿਲੀ ਸੀ। ਸ਼ਕਰਗੜ੍ਹ ਦੇ ਇੱਕ ਪਿੰਡ ਬੂਰਾ ਡੱਲਾ ਦੇ ਨੇ ਤੁਸੀਂ। ਅੱਛਾ, ਸਾਡਾ ਜਿਹੜਾ ਪਿਛਲਾ ਪਿੰਡ ਸੀ ਨਾ, ਉਹ ਛੰਨੀ ਟੇਕਾ ਸੀ। ਲੇਕਿਨ ਮੇਰਾ ਜਨਮ ਦਾ ਪਿੰਡ ਜਿਹੜਾ ਨਾ, ਉਹ ਲੈਲਪੁਰ 72 ਚੱਕ। 72 ਚੱਕ ਲੈਲਪੁਰ। ਤਹਿਸੀਲ ਕਿਹੜੀ ਸੀਗੀ? ਜੜ੍ਹਾਂਵਾਲਾ। ਤਹਿਸੀਲ ਜੜ੍ਹਾਂਵਾਲਾ। ਤੁਸੀਂ ਤਾਂ ਉਸ ਤਹਿਸੀਲ ਦੇ ਜਿੱਥੇ ਭਗਤ ਸਿੰਘ, ਹਾਂਜੀ, 105 ਬੰਗੇ ਦੇ ਵਿੱਚ ਭਗਤ ਸਿੰਘ ਵੀ ਲੈਲਪੁਰ ਜੀ। ਉਹ ਸਮੁੰਦਰੀ ਤਹਿਸੀਲ ਸਨ। ਨਹੀਂ, ਜੜ੍ਹਾਂਵਾਲਾ ਤਹਿਸੀਲ ਸੀ ਉਹਨਾਂ ਦੀ ਵੀ। ਹਾਂ, ਜੜ੍ਹਾਂਵਾਲਾ ਹੀ ਸੀ ਉਹਨਾਂ ਦੀ। ਕਿਹਨਾਂ ਦੀ? ਭਗਤ ਸਿੰਘ ਦੀ। ਹਾਂਜੀ, ਹੋ ਸਕਦਾ, ਸ਼ਾਇਦ ਜੜ੍ਹਾਂਵਾਲਾ ਵੀ ਹੋ ਸਕਦਾ ਜੀ। ਤੁਹਾਡਾ ਕੀ ਸ਼ੁਭ ਨਾਮ ਜੀ? ਗੁਰਮੇਸ਼ ਸਿੰਘ ਜੀ। ਤੇ ਥੋੜਾ ਜਿਹਾ ਆਪਣੇ ਉਸ ਪਿੰਡ ਬਾਰੇ ਦੱਸੋ ਜੀ। ਇਹ ਜੜ੍ਹਾਂਵਾਲੇ ਦੇ ਵਿੱਚ ਜਿਹੜਾ ਤੁਹਾਡਾ ਚੱਕ ਸੀਗਾ, ਤੁਹਾਡੇ ਬਜ਼ੁਰਗ ਕਦੋਂ ਗਏ, ਕਿਹੜੇ ਬਜ਼ੁਰਗ ਗਏ, ਇਹ ਪੂਰੀ ਕਹਾਣੀ ਦੱਸੋ। ਦੇਖੋ ਜੀ, ਸਾਡੇ ਬਜ਼ੁਰਗ ਜਦੋਂ ਗਏ ਆ ਨਾ, ਉਦੋਂ 1800 ਲਾਸਟ ਸੀ। ਸਨ 1800 ਲਾਸਟ ਵਿੱਚ ਗਏ। ਕੋਈ 95 ਹੋਵੇ, 96 ਹੋਵੇ, 94, ਉੱਥੇ ਕਿ ਇਹਨਾਂ ਨੂੰ ਉਹ ਜ਼ਮੀਨ ਮਿਲੀ ਆ। ਸਾਡੇ ਬਜ਼ੁਰਗ ਲਾਸਟ ਵਿੱਚ ਗਏ ਨੇ ਆਬਾਦਗਾਰ ਜੀ। ਪਹਿਲਾਂ ਆਬਾਦਗਾਰ ਨਹੀਂ, ਪਹਿਲਾਂ ਲੈਲਪੁਰ ਦਾ ਪਹਿਲਾ ਹਿੱਸਾ ਸੀ ਨਾ, ਜਿਸ ਨਾਲ ਭਲੇਰ ਵਗੈਰਾ ਸੀ, ਸੰਗਲਾ ਵਗੈਰਾ, ਇੱਥੋਂ ਤੱਕ ਆਬਾਦਗਾਰ ਨਹੀਂ। ਅੱਗੇ ਆ ਗਏ ਫਿਰ ਜਦੋਂ ਥੋੜਾ ਜਿਹਾ ਸੌੜੀ ਹੋ ਗਈ ਜ਼ਮੀਨ, ਫਿਰ ਆਬਾਦਗਾਰ 'ਚ 1 ਮਰਬਾ ਮਿਲਿਆ। ਠੀਕ। ਇਹ ਅੰਗਰੇਜ਼ ਜਿਹੜਾ ਸੀ ਨਾ, ਉਦੋਂ ਅੰਗਰੇਜ਼ ਇਸ ਇਲਾਕੇ 'ਚ ਆਇਆ ਸੀਗਾ ਗਵਰਨਰ ਬਣ ਕੇ, ਲਾਇਲ। ਉਹਦਾ ਨਾਂ ਲਾਇਲ ਸੀ।
ਜੀ ਜੀ। ਔਰ ਉਹ ਅੰਗਰੇਜ਼ ਸਿਰਫ ਉਹਦੀ ਜਗ੍ਹਾ ਵੇਖੀ ਆ, ਕਬਰ ਵੀ ਵੇਖੀ ਆ, ਅੱਛਾ ਉਹ ਜੀ। ਗਿਆ ਹੀ ਨਹੀਂ ਮੁੜ ਕੇ। ਜਿਉਂ ਉਹਨੇ ਆਬਾਦ ਕੀਤਾ ਨਾ ਇਲਾਕਾ, ਵਾਪਸ ਇੰਗਲੈਂਡ ਨਹੀਂ ਗਿਆ। ਔਰ ਉਹ ਸ਼ਖਸ ਨੇ ਇਹ ਇਲਾਕਾ ਸਾਰਾ ਆਬਾਦ ਕੀਤਾ, ਸਾਰੀ ਬਾਰ 13 ਸਾਲ ਲਾਏ ਆ। 13 ਸਾਲ 'ਚ ਹੀ ਨਹਿਰ ਤੇ 13 ਸਾਲ 'ਚ ਇਹ ਸਾਰਾ ਆਬਾਦ ਕਰੀ। ਔਰ ਹਰ ਜ਼ਿਲ੍ਹੇ 'ਚੋਂ, ਇੱਥੇ ਹਰ ਜ਼ਿਲ੍ਹੇ 'ਚੋਂ ਤਕਰੀਬਨ ਹੁਣ ਹਰ ਜ਼ਿਲ੍ਹੇ 'ਚੋਂ ਬੰਦੇ ਲਏ ਨੇ, ਔਰ ਹਰ ਪਰਿਵਾਰ 'ਚੋਂ ਇੱਕ ਮੈਂਬਰ ਲਿਆ। ਤੇ ਤਕਰੀਬਨ ਜ਼ਿਆਦਾ ਉਹਨਾਂ ਲਿਆ ਸਿਆਲਕੋਟ 'ਚ। ਉਹ ਮੈਂ ਦੱਸਾਂ ਕਿਉਂ? ਦੱਸੋ ਜੀ। ਸਿਆਲਕੋਟ 'ਚ ਜ਼ਮੀਨ ਸੌੜੀ, ਬਿਲਕੁਲ। ਇਹ ਵੀ ਤੁਹਾਨੂੰ ਪਤਾ। ਸੌੜੀ ਜ਼ਮੀਨ ਹੋਣ ਕਰਕੇ ਜ਼ਰੂਰਤਮੰਦ ਸਨ। ਜਿਸ ਜ਼ਿਲ੍ਹੇ 'ਚ ਜ਼ਿਆਦਾ ਜ਼ਰੂਰਤਮੰਦ ਸਨ, ਉੱਥੋਂ ਜ਼ਿਆਦਾ ਬੰਦੇ ਲੈ ਗਏ। ਹਾਂਜੀ, ਬਾਕੀ ਸਾਰਿਆਂ 'ਚੋਂ ਅਸੀਂ ਹਰ ਪਰਿਵਾਰ 'ਚੋਂ ਇੱਕ ਮੈਂਬਰ ਲਿਆ ਵੱਡਾ। ਅੱਛਾ ਜੀ, ਇਹ ਸਿਆਲਕੋਟ ਦੇ ਵਿੱਚ ਵੀ ਥੋੜ੍ਹੀਆਂ ਘੱਟ ਜ਼ਮੀਨਾਂ ਸੀਗੀਆਂ। ਸਿਆਲਕੋਟ 'ਚ ਆਬਾਦੀ ਦੇ ਲਿਹਾਜ਼ ਨਾਲ ਜ਼ਮੀਨ ਜਿਹੜੀ ਸੀ ਨਾ, ਉਹ ਘੱਟ ਸੀ ਜੀ। ਇਹ ਆਬਾਦੀਆਂ ਪੁਰਾਣੀਆਂ ਸਨ। ਬਿਲਕੁਲ। ਪੁਰਾਣੀਆਂ ਆਬਾਦੀਆਂ, ਤੁਹਾਨੂੰ ਪਤਾ, ਫਿਰ ਜ਼ਮੀਨ ਹੁਣ ਜਿੱਦਾਂ ਇੱਥੇ ਸੌੜੀ ਹੁੰਦੀ ਗਈ, ਉੱਥੇ ਵੀ ਸੌੜੀ ਹੁੰਦੀ ਗਈ। ਠੀਕ ਹੈ ਜੀ। ਮਾਲਵਾ ਘਟ ਗਿਆ। ਬਿਲਕੁਲ। ਦੁਆਬਾ ਵੀ ਗਿਆ। ਦੁਆਬਾ ਵੀ ਗਿਆ ਸੀ। ਜੀ। ਤੇ ਗੁਰਦਾਸਪੁਰ, ਅੰਮ੍ਰਿਤਸਰ, ਇਹ ਪੱਧਰੇ ਜਿਹੇ ਗਏ ਸਨ, ਗਏ ਵੀ ਹੈ ਸਨ। ਵਾਹ ਜੀ ਵਾਹ। ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਬਜ਼ੁਰਗਾਂ ਕੋਲ ਅੰਕੜੇ ਆ। ਬਿਲਕੁਲ ਇਹਨਾਂ ਨੂੰ ਉਹ ਸਮਝ ਆ ਵੀ ਕਿਹੜੇ ਕਿਹੜੇ ਇਲਾਕੇ ਦੇ ਵਿੱਚੋਂ ਜਿਹੜੇ ਕਾਸ਼ਤਕਾਰ ਆ ਉਹ ਅੰਗਰੇਜ਼ ਉਸ ਇਲਾਕੇ 'ਚ ਲੈ ਕੇ ਗਏ ਸੀ। ਠੀਕ ਹੈ ਜੀ। ਤੇ ਜਿਹੜੀ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ ਸੀ, ਉਹਦੇ ਵਿੱਚ ਤੁਹਾਡਾ ਪਿੰਡ ਸੀ। ਉਹ ਜਿਹੜਾ ਜੱਦੀ ਤੁਹਾਡਾ ਪਿੰਡ ਸੀ, ਉਹਦੇ ਬਾਰੇ ਤੁਹਾਨੂੰ ਕਿੰਨੀਆਂ ਕੁ ਗੱਲਾਂ ਯਾਦ ਨੇ, ਜਾਂ ਬਜ਼ੁਰਗਾਂ ਕੋਲੋਂ ਕਿੰਨੀਆਂ ਕੁ ਗੱਲਾਂ ਸੁਣੀਆਂ? ਦੇਖੋ ਜੀ, ਮੈਂ ਖੁਦ ਇਸ ਇਲਾਕੇ 'ਚ ਨਹੀਂ ਆਇਆ, ਉੱਥੇ ਪੈਦਾਇਸ਼ ਹੋਈ ਆ, ਉੱਥੇ ਹੀ 20 ਸਾਲ ਦੀ ਉਮਰ ਤੱਕ ਉੱਥੇ ਰਿਹਾ। 20 ਸਾਲ ਦਾ ਜਦੋਂ ਪਾਕਿਸਤਾਨ ਬਣਿਆ, ਉੱਥੋਂ ਆਏ ਆ। ਬਾਕੀ ਸੁਣਿਆ ਇਹ ਆ ਵੀ ਇਹ ਸਾਡਾ ਪਿੰਡ ਜਿਹੜੇ ਸੀ ਨਾ, ਇਹ ਕਾਲੋਆਂ ਦੇ ਪਿੰਡ ਸਨ। ਕੁਛ ਉਸ ਤਹਿਸੀਲ 'ਚ ਰਾਵੀ ਦਰਿਆ ਦੇ ਨਾਲ ਨਾਲ। ਹੁਣ ਤੁਸੀਂ ਪੁੱਛੋਗੇ ਕਿਉਂ? ਜ਼ਰੂਰ ਦੱਸੋ। ਹਾਂਜੀ। ਉਸ ਵਕਤ ਦੜਪ ਦਾ ਇਲਾਕਾ, ਜਿਸ ਤਰ੍ਹਾਂ ਹੁਣ ਦੜਪ ਦਾ ਇਲਾਕਾ, ਤੁਸੀਂ ਪੁੱਛੋਗੇ ਇਸ ਕਿਹੜਾ? ਹੁਣ ਹੁਸ਼ਿਆਰਪੁਰ ਦਾ ਹੀ ਨਾ ਕੋਈ, ਜਿੱਥੇ ਪਾਣੀ ਘਟਿਆ। ਹਾਂਜੀ। ਉਦੋਂ ਪਾਣੀ ਬਹੁਤ ਘੱਟ ਸੀ। ਅਸਲ ਜਿਹੜਾ ਸਾਡਾ ਪਿੰਡ ਹੈ ਨਾ, ਅਸਲ ਸਾਡੀ ਪੈਦਾਇਸ਼ ਜਿੱਥੋਂ ਅਸੀਂ ਕਾਲੋਂ ਚੱਲੇ ਆ, ਹਾਂਜੀ, ਉਹ ਤੇ ਇੱਥੇ ਸੀ ਪਹਿਲਾਂ। ਹਾਂਜੀ, ਫਿਰ ਇੱਥੋਂ ਆਬਾਦੀ ਵਧੀ ਤੇ ਬਡਾਲਾ ਬੋੜ ਵਾਲਾ, ਉਹ ਵੀ ਤੁਹਾਨੂੰ ਇੱਥੇ ਮਿਲੇਗਾ ਜੀ। ਗੁਰਦਾਸਪੁਰ 'ਚ। ਜਦੋਂ ਬਡਾਲਾ ਬੋੜ ਵਾਲੇ 'ਚ ਆਬਾਦੀ ਵਧੀ ਤੇ ਫਿਰ ਸਾਡੇ ਬਜ਼ੁਰਗ ਉੱਠੇ, ਫਿਰ ਦਰਿਆਓਂ ਪਾਰ ਇਸ ਕਰਕੇ ਗਏ ਵੀ ਉੱਥੇ ਪਾਣੀ ਦੀ ਲੋੜ ਨਹੀਂ ਸੀ। ਪਾਣੀ ਕੁਦਰਤੀ ਦਰਿਆ ਦਾ ਸੈਲਾਬ ਨਾਲ ਹਰ ਫਸਲ ਹੁੰਦੀ ਸੀ। ਇਹ ਪਿੰਡ ਕੁਝ ਉੱਥੇ ਸਨ ਦਰਿਆ ਦੇ ਨਾਲ ਨਾਲ। ਅਸਲ ਸਾਡਾ ਬਜ਼ੁਰਗ ਜਿਹੜੇ ਪਹਿਲਾਂ ਗਏ ਸਨ, ਉਹ ਪਿੰਡ ਗਏ ਹਨ ਵਸਾਊਕੋਟ। ਅੱਛਾ ਜੀ। ਵਸਾਊਕੋਟ ਵਿੱਚੋਂ ਫਿਰ ਜਿਸ ਜ਼ਮੀਨ ਜਿਹੜੀ ਆ, ਉਦੋਂ ਕੋਈ ਇਹ ਨਹੀਂ ਵੀ ਸਾਨੂੰ ਕਿ ਸਾਡੇ ਬਜ਼ੁਰਗਾਂ ਨੂੰ ਕਿਸੇ ਦਿੱਤੀ ਹੈ ਜਾਂ ਸਰਕਾਰ ਨੇ ਦਿੱਤੀ ਆ। ਆਪੋ ਜੀ ਬਹਿ ਕੇ ਉਹਨਾਂ ਨੇ ਉਹ ਪਈਆਂ ਇਲਾਕੇ ਦਰਿਆ ਦੇ ਕੰਢੇ ਵੰਡ ਲਏ। ਸਾਡਾ ਬਜ਼ੁਰਗ ਜਿਹੜਾ ਸੀ ਨਾ, ਉਹਨੂੰ ਜ਼ਮੀਨ ਦੂਰ ਥੋੜ੍ਹੀ ਜਿਹੀ ਮਿਲੀ ਪਿੰਡ ਦੀ ਆਬਾਦੀ ਨਾਲੋਂ। ਹਾਂਜੀ, ਠੀਕ। ਉਹਦਾ ਨਾਂ ਸੀ ਟੇਕਾ। ਅੱਛਾ ਅੱਛਾ। ਉਹਨੂੰ ਉਦੋਂ ਚੌਧਰੀ ਹੁੰਦੇ ਸਨ, ਚੌਧਰੀ ਟੇਕਾ। ਚੌਧਰੀ ਟੇਕੇ ਨੂੰ ਜਦੋਂ ਜ਼ਮੀਨ ਦੂਰ ਮਿਲੀ ਤੇ ਉਹ ਫਿਰ ਪਰਿਵਾਰ ਲੈ ਕੇ ਉੱਥੇ ਚਲੇ ਗਿਆ। ਉੱਥੇ ਜਾ ਕੇ ਫਿਰ ਉਹਨੇ ਛੰਨ ਪਾ ਲਈ। ਰਹਿਣਾ ਤਾਂ ਹੈ ਸੀ ਨਾ, ਉੱਥੇ ਆਪਣਾ ਕੰਮ ਸ਼ੁਰੂ ਕਰਤਾ, ਖੇਤੀ ਸ਼ੁਰੂ ਕਰਤੀ, ਉੱਥੇ ਛੰਨ ਪਾ ਲਈ। ਉਹ ਟੇਕੇ ਦੀ ਛੰਨ ਮਸ਼ਹੂਰ ਹੋ ਗਈ। ਵਾਹ ਵਾਹ। ਹੌਲੀ ਹੌਲੀ ਫਿਰ ਉਹਦੇ 4 ਪੁੱਤਰ ਹੋਏ, 4 ਪੁੱਤਰਾਂ ਦੀਆਂ 4 ਪੱਤੀਆਂ ਬਣੀਆਂ। ਇਹ ਫਿਰ ਸਾਡਾ ਪਿੰਡ ਜਿਹੜਾ ਸੀ, ਇਹ ਉਹਨਾਂ 4 ਪੁੱਤਰਾਂ ਦੀ ਪੱਤੀ ਦਾ ਪਿੰਡ ਛੰਨੀ ਟੇਕਾ ਬਣ ਗਿਆ। ਅੱਛਾ। ਵਾਹ। ਇਸ ਤਰ੍ਹਾਂ ਕਰਕੇ ਉਹ ਸਾਡਾ ਪਿੰਡ ਸੀ। ਜੀ ਜੀ। ਇਹ ਤੇ ਮੇਰੇ ਪਿੰਡ ਦੀ ਜਿਹੜੀ ਹਿਸਟਰੀ ਆ ਉਹ ਇਹ ਹੈ। ਤੁਸੀਂ ਪੁੱਛਣਾ ਜੂਆ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ। ਤੇ ਫਿਰ ਜਦੋਂ ਤੁਸੀਂ ਬਾਹਰ 'ਚ ਚਲ ਗਏ, ਹਾਂਜੀ, ਕਦੀ ਤੁਸੀਂ ਬਜ਼ੁਰਗਾਂ ਕੋਲੋਂ
ਆਪਣੇ ਬਾਬਾ ਜੀ ਕੋਲੋਂ, ਪਿਤਾ ਜੀ ਕੋਲੋਂ ਕਹਾਣੀਆਂ ਪੁੱਛੀਆਂ ਵੀ ਸ਼ੁਰੂਆਤ ਦੇ ਦਿਨ ਕਿਸ ਤਰ੍ਹਾਂ ਦੇ ਸੀ, ਕਿਸ ਤਰ੍ਹਾਂ ਮਿਹਨਤ ਕੀਤੀ, ਜੰਗਲ ਕਿਵੇਂ ਪੁੱਟੇ, ਕਿਵੇਂ ਟਿੱਬੇ ਸਾਫ਼ ਕੀਤੇ? ਦਰਅਸਲ ਗੱਲ ਹੈ ਵੀ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਜੰਗਲ ਨੂੰ ਆਬਾਦ ਕਰਨਾ ਕੋਈ ਆਸਾਨ ਨਹੀਂ, ਪਰ ਇੱਕ ਚੀਜ਼ ਜ਼ਰੂਰ ਆ, ਅੰਗਰੇਜ਼ ਨੇ ਜਿਹੜੀ ਆਬਾਦ ਕੀਤੀ ਹੈ ਨਾ, ਜਿਹੜੇ ਇਲਾਕੇ ਆਬਾਦ ਕੀਤੇ ਆ ਨਾ, ਉਹ ਬਕਾਇਦਾ ਉਹਨਾਂ ਨੂੰ ਲਾਈਨ ਬੰਦ ਕਰਕੇ, ਐਵੇਂ ਨਹੀਂ ਭਈ ਫੜਿਆ ਕਣਕ ਦਾ ਥੈਲਾ ਛੱਟਾ ਦੇ ਦਿੱਤਾ, ਉਹ ਨਹੀਂ ਹੋਇਆ। ਬਕਾਇਦਾ ਬੰਦੇ ਲਏ, ਨਾਂ ਲਏ, ਬਕਾਇਦਾ ਮੁਰੱਬੇ ਬਣਾਏ, ਪਹਿਲਾਂ ਨਹਿਰਾਂ ਕੱਢੀਆਂ, ਨਹਿਰ ਕੱਢੀ, ਹਰ ਜਿੱਥੋਂ ਤੱਕ ਜਿਹੜੇ ਇਲਾਕੇ ਆਬਾਦ ਕਰ ਰਹੇ ਉਸ ਤੱਕ ਪਹਿਲਾਂ ਨਹਿਰ ਕੱਢੀ, ਨਹਿਰ ਪਹਿਲਾਂ ਗਈ ਹੈ, ਪਾਣੀ ਪਹਿਲਾਂ ਗਿਆ ਹੈ। ਵਾਹ। ਹਾਂਜੀ, ਆਬਾਦੀ ਬਾਅਦ ਚ ਹੋਈ ਹੈ। ਫੇਰ ਲੁਤਫ ਦੀ ਗੱਲ ਤੁਹਾਨੂੰ ਇੱਕ ਹੋਰ ਦੱਸਾਂ, ਅੰਗਰੇਜ਼ ਬਾਹਰੋਂ ਆਇਆ ਸੀ, ਇਹ ਤਾਂ ਤੁਹਾਨੂੰ ਪਤਾ ਹੀ ਹੈ ਨਾ। ਬਿਲਕੁਲ। ਹੁਣ ਜਿਹੜਾ ਇਲਾਕਾ ਸਾਡਾ ਆਬਾਦ ਕੀਤਾ, ਉੱਥੇ ਉਹਨ ਵੇਖਿਆ ਵੀ ਦਾਦੇ ਬਾਬੇ ਤੋਂ ਕਿਹੜਾ ਨਜ਼ਦੀਕ ਹੈ ਮੁਰੱਬੇ, ਵੀ ਉਹਨਾਂ ਨੂੰ ਲਾਗੇ ਲਾਗੇ ਦਿੱਤੇ ਤੇ ਹਾਤੇ ਵੀ ਉਹਨਾਂ ਨੂੰ ਲਾਗੇ ਲਾਗੇ ਦਿੱਤੇ। ਜਿਸ ਦਾਦੇ ਦੇ ਤਿੰਨ ਭਰਾ ਸਨ, ਤਿੰਨਾਂ ਭਰਾਵਾਂ ਦੀ ਔਲਾਦ ਆਈ, ਉਹਨਾਂ ਤਿੰਨਾਂ ਨੂੰ ਮੁਰੱਬੇ ਵੀ ਲਾਗੇ ਲੱਗੇ, ਉਹਨਾਂ ਤਿੰਨਾਂ ਦੇ ਹੱਥੇ ਵੀ ਲਾਗੇ ਲੱਗੇ। ਬੜੀ ਸਿਆਣੀ ਕੌਮ ਸੀ ਉਹ। ਇਸ ਕਰਕੇ ਉਹਨਾਂ ਨੇ ਇਸ ਹਿਸਾਬ ਨਾਲ ਤੇ ਇਸੇ ਹਿਸਾਬ ਨਾਲ ਫਿਰ ਉਹਨਾਂ ਨੇ ਉਹ ਲਿਖ ਕੇ ਇਸੇ ਹਿਸਾਬ ਨਾਲ ਉਹਨਾਂ ਨੇ ਫਿਰ ਨਹਿਰ ਕੱਢੀ। ਨਹਿਰ ਵੀ ਇਸੇ ਤਰ੍ਹਾਂ ਗਈ। ਪਹਿਲਾਂ ਇਹ ਲੈਲਪੁਰੋਂ ਬਾਅਦ ਹੋਇਆ, ਬਾਅਦ ਚ ਸਰਗੋਧਾ, ਉਦੋਂ ਬਾਅਦ ਸੰਨ 14 ਤੋਂ ਬਾਅਦ ਮੈਨੂੰ ਹੋਈ। ਉਹ ਤੇ ਹੋਈ ਨਾ 14 ਦੂਸਰੀ ਆਪਣਾ ਪਹਿਲੀ ਵਾਰ ਤੋਂ ਬਿਲਕੁਲ ਬਾਅਦ ਫਿਰ ਉਹ ਬਾਤ ਕੀਤੀ, ਸਰਗੋਧਾ ਬਾਤ ਕੀਤਾ ਸੀਗਾ। ਇਸ ਕਰਕੇ ਉਦੋਂ ਤੁਹਾਨੂੰ ਪਤਾ ਵੀ ਮਸ਼ੀਨਰੀ ਤੇ ਹੈ ਨਹੀਂ ਸੀ, ਫੌਜ ਨੂੰ ਖਚਰਾਂ ਚਾਹੀਦੀਆਂ ਸਨ। ਜੀ ਜੀ। ਇਸ ਵਾਸਤੇ ਉੱਥੇ 2-2 ਮਰਬੇ ਜ਼ਮੀਨ ਦੇ ਉੱਤੇ ਘੋੜੀ ਪਾਲ, ਬਸ ਨੰਬਰਦਾਰਾਂ ਨੂੰ ਇੱਕ ਘੋੜੀ ਪਾਲ ਦਾ ਮੁਰੱਬਾ। ਘੋੜੀ ਪਾਲ ਦਾ ਮੁਰੱਬਾ, ਨੰਬਰਦਾਰ ਨੂੰ ਤਾਂ ਵੱਖਰਾ ਸੀ ਨਾ ਇੱਕ ਮੁਰੱਬਾ। ਬਾਕੀ ਜਿੰਨੀ ਆਬਾਦੀ ਹੋਈ ਸੀ ਸਰਗੋਧਾ ਡਿਸਟ੍ਰਿਕਟ ਦੀ, ਸਾਰੀ ਆਬਾਦੀ 2 ਮਰਬੇ ਇੱਕ ਘੋੜੀ, ਔਰ ਘੋੜੀ ਵਾਲੇ ਕੋਲ ਸਾਲ ਦੀ ਖੱਚਰ ਲੈਣੀ। ਔਰ ਦੂਜੀ ਲੁਤਫ ਦੀ ਇਹ ਗੱਲ ਆ ਵੀ ਉਹ ਜ਼ਮੀਨ ਜਿਹੜੀ ਸੀ, ਉਹ ਸਿਰਫ ਔਰ ਸਿਰਫ ਉਸ ਦੇ ਆਦਮੀ ਦੇ ਵੱਡੇ ਲੜਕੇ ਨੂੰ ਮਿਲ ਸਕਦੀ ਸੀ, ਹੋਰ ਕਿਸੇ ਨੂੰ ਨਹੀਂ ਮਿਲ ਸਕਦੀ। ਵਾਹ ਜੀ ਵਾਹ। ਜਿਵੇਂ ਅੰਗਰੇਜ਼ਾਂ ਦਾ ਕਾਨੂੰਨ ਹੈ ਆਪਣੇ ਦੇਸ਼ 'ਚ, ਵੱਡੀ ਔਲਾਦ ਨੂੰ ਵੱਡੀ ਔਲਾਦ ਨੂੰ, ਤਾਂ ਕਿ ਇਹ ਤਕਸੀਮ ਨਾ ਹੋਵੇ। ਤੇ ਫਿਰ ਹੌਲੀ ਹੌਲੀ ਜਦੋਂ ਮਸ਼ੀਨਰੀ ਆ ਗਈ, ਹਾਂਜੀ, ਤੇ ਮੁੜ ਕੇ ਇਹ ਖਤਮ ਹੋ ਗਿਆ ਸਿਸਟਮ ਖੱਚਰਾਂ ਦਾ, ਖਤਮ ਹੋ ਕੇ ਤੇ ਫਿਰ ਸਾਡੇ ਹੁੰਦਿਆਂ ਹੀ, ਮੈਨੂੰ ਪਤਾ ਹੈ, ਸਾਡੇ ਹੁੰਦੇ ਮਰਬੇ ਤੋੜ ਦਿੱਤੇ। ਵਾਹ ਜੀ। ਘੋੜੀ ਪਾਲ ਮਰਬੇ ਜਿਹੜੇ ਘੋੜੀ ਪਾਲ ਤੋੜ ਦਿੱਤੇ। ਉਹ ਮਰਬੇ ਜਿਹੜੇ ਸਨ ਨਾ, ਉਹ ਫਿਰ ਜਿਸ ਤਰ੍ਹਾਂ ਦੂਜਿਆਂ ਤਕਸੀਮ ਹੋਏ, ਉਸ ਤਰ੍ਹਾਂ ਪਰਿਵਾਰਾਂ ਤਕਸੀਮ ਹੋ ਗਈ। ਫਿਰ ਜਿਹੜਾ ਬਾਪ ਜਿਉਂਦਾ ਸੀ, ਉਹਦੇ 2 ਮਰਬੇ ਜਿਹੜੇ ਉਹਦੇ ਲੜਕਿਆਂ ਤਕਸੀਮ ਹੋ ਗਏ। ਉਹ ਜ਼ਿਲ੍ਹਾ ਸਾਰਾ ਇਸ ਤਰ੍ਹਾਂ ਚੱਲਿਆ ਸਰਗੋਧਾ। ਸਰਗੋਧਾ ਸਰਗੋਧੇ ਦੇ ਵਿੱਚ ਵੀ ਸਿਆਲਕੋਟੀਏ ਗਏ ਸੀ ਕਾਫੀ। ਦੇਖੋ ਜਿਸ ਤਰ੍ਹਾਂ ਲੈਲਪੁਰ ਚ ਗਏ, ਇਸੇ ਤਰ੍ਹਾਂ ਸਰਗੋਧੇ ਚ ਗਏ, ਕੋਈ ਫਰਕ ਨਹੀਂ ਕੋਈ। ਸਾਰਿਆਂ ਜ਼ਿਲ੍ਹਿਆਂ ਚੋਂ ਸਰਗੋਧੇ ਵਾਲੇ, ਸਰਗੋਧੇ ਲਈ ਵੀ ਅੰਗਰੇਜ਼ ਨੇ ਚੁੱਕੇ ਬੰਦੇ, ਤੇ ਸਾਰਿਆਂ ਇੱਧਰ ਦੇ ਜ਼ਿਲ੍ਹਿਆਂ ਚੋਂ ਲੈਲਪੁਰ ਵਾਸਤੇ ਵੀ ਅੰਗਰੇਜ਼ ਨੇ ਚੁੱਕੇ ਬੰਦੇ। ਆਬਾਦ ਤੇ ਉਹ ਵੀ ਅੰਗਰੇਜ਼ ਨੇ ਕੀਤਾ, ਇਹ ਵੀ ਅੰਗਰੇਜ਼ ਨੇ ਕੀਤਾ। ਬਿਲਕੁਲ। ਤੇ ਮੇਰੇ ਖਿਆਲ ਜਿਹੜਾ ਸਾਹੀਵਾਲ ਸੀ, ਜਿਹਨੂੰ ਆਪਾਂ ਮਿੰਟ ਕੁਮਰੀ ਕਹਿੰਦੇ ਸੀ, ਇਹ ਥੋੜਾ ਫੌਜੀਆਂ ਨੂੰ ਜ਼ਿਆਦਾ ਤਰਜੀਹ ਦਿੱਤੀ। ਇਹ ਜ਼ਮੀਨ ਹੀ ਸਾਰੀ ਫੌਜੀਆਂ ਨੂੰ ਦਿੱਤੀ। ਠੀਕ। ਸੰਨ 14 ਚ ਜਿਹੜੇ ਬਚੇ ਸਨ, ਜਿਹੜੇ ਚੱਲ ਗਏ ਉਹ ਤਾਂ ਚੱਲ ਗਿਆ ਚ ਵੀ ਕਈਆਂ ਵਾਰਸਾਂ ਨੂੰ ਮਿਲ ਗਈ, ਉਹ ਵੀ ਸ਼ਾਇਦ, ਪਰ ਮੇਰੇ ਇਲਮ ਚ ਨਹੀਂ। ਦੂਜਿਆਂ ਨੂੰ ਮਿਲੇ, ਹੌਲਦਾਰ ਨੂੰ 1 ਮਰਬਾ, ਜਮਾਦਾਰ ਨੂੰ 1.5 ਮਰਬਾ, ਉਸ ਤੋਂ ਉੱਪਰ ਸੂਬੇਦਾਰ ਨੂੰ 2 ਮਰਬੇ। ਵਾਹ ਜੀ। ਇਸ ਤਰ੍ਹਾਂ ਕਰਕੇ ਇਹ ਉਹ ਜ਼ਮੀਨਾਂ ਮਿਲੀਆਂ ਸਨ। ਠੀਕ। ਜਿਹੜਾ ਤੁਹਾਡਾ ਆਪਣਾ ਚੱਕ ਸੀਗਾ, ਉਹਦਾ ਕਿਹੜਾ ਨੰਬਰ ਸੀ? 72। ਨੇੜੇ ਤੇੜੇ ਦੇ ਚੱਕ ਕਿਹੜੇ ਸੀਗੇ ਜੀ? ਨੇੜੇ ਦੇ ਚੱਕ ਦੇਖੋ ਜੀ, ਨੰਬਰ ਵਾਈਜ਼ 73 ਨਾ ਪਿਛਲੇ ਵੀ ਚੱਲਦੇ ਸਨ। ਜਿਸ ਤਰ੍ਹਾਂ 73 ਚੱਲਦਾ ਸੀ ਗੱਡੀਆਂ, ਅੱਛਾ,
ਹਾਂਜੀ ਤੇ 70 ਚੱਲਦਾ ਸੀ ਰੱਤੀ ਰੱਤਾ। ਹਾਂਜੀ ਜਦ ਸਤਕੋਆ ਸਾਰਾ ਉਹੀ ਹੈ, ਸਤਕੋਆ ਨਾ ਜਿਹੜਾ, ਇਹ ਜਿਹੜਾ ਇਹ ਸਾਰਾ ਰੱਤੀ ਰੱਤਾ ਹੀ ਹੈ, ਅੱਛਾ ਅੱਛਾ ਸਾਰਾ ਇੱਕੋ ਪਿੰਡ ਹੈ। ਉਹ ਹੁਣ ਪੁੱਛੋ ਕਿ ਇੱਕ ਪਿੰਡ ਕਿਵੇਂ ਹੋ ਗਿਆ। ਹਾਂ ਦੱਸੋ ਦੱਸੋ ਜੀ। ਉੱਥੇ ਜਥੇਦਾਰ ਸੀ ਉਸ ਪਿੰਡ ਤੇ ਉਹਦੇ ਨਾਨਕੇ ਸਨ। ਹਾਂਜੀ ਤੇ ਜਥੇਦਾਰ ਦਾ ਤਾਲੁਕ ਜਿਹੜੇ ਹਨ ਗਿਆਨੀ ਕਰਤਾਰ ਸਿੰਘ ਨਾਲ ਬਹੁਤ ਜ਼ਿਆਦਾ ਸਨ, ਨੇੜਲੇ। ਜੀ 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 ਜੀ। ਹਾਂਜੀ ਉਹ ਨੇੜਲੇ ਤਾਲੁਕ ਹੋਣ ਕਰਕੇ ਉਹਨ ਇਹ ਸਾਰਾ ਪਿੰਡ ਰਿਜ਼ਰਵ ਰੱਖਿਆ ਸੀ ਆਪਣੇ ਨਾਨਕਿਆਂ ਲਈ। ਵਾਹ ਜੀ ਵਾਹ, ਵਾਹ ਜੀ ਵਾਹ। ਇਹ ਉੱਥੇ ਹੋਰ ਹੈ ਹੀ ਕੋਈ ਨਹੀਂ ਸਵਾਏ 70 ਚੱਕੀਆਂ ਦੀ। ਇਹ ਜਿਹੜੇ 73 ਚੱਕੀ ਹੈ ਜੀ, ਇਹ ਪਿੱਛੋਂ ਅੰਮ੍ਰਿਤਸਰੀਏ ਆ? ਨਾ ਇਹ ਵੀ ਕਾਲੋ ਹੀ ਨਹੀਂ ਸਾਰੇ ਗੁਰਦਾਸਪੁਰ। ਉਹ ਸਾਰਾ ਪਿੰਡ, ਇਹ ਦੋਵੇਂ ਪਿੰਡ ਕਾਲੋ ਹੁੰਦੇ। ਮਤਲਬ ਸ਼ਕਰਗੜੀਆਂ ਦੇ ਪਿੰਡ ਹੈ ਐਕਚੁਅਲੀ। 72 ਚੱਕ ਤੇ 70 ਚੱਕ ਦੋਵੇਂ ਕਾਲੋ ਹੁੰਦੇ। ਤੁਸੀਂ ਇੱਕ ਨਾਂ ਹੋਰ ਲਿਆ ਗੱਡੀਆਂ। ਗੱਡੀਆਂ 73 ਚੱਕ ਸੀ। ਉਹ ਕੰਬੋਆਂ ਦਾ ਪਿੰਡ ਸੀ? ਨਹੀਂ ਕੰਬੋਹ ਨਹੀਂ ਸਨ ਉਹ ਵੀ ਜੀ, ਪਰ ਜਾਤਾਂ ਹੋਰ ਹੀ ਸਨ ਉਹ। ਹਾਂਜੀ ਹਾਂਜੀ ਠੀਕ ਹੈ ਜੀ। ਤੇ ਜਿਹੜਾ ਤੁਹਾਡਾ ਆਪਣਾ ਚੱਕ ਸੀ, ਹਾਂਜੀ ਉਹਦੀ ਆਬਾਦੀ ਬਾਰੇ ਦੱਸ ਦਿਓ ਵੀ ਉਹਦੇ ਵਿੱਚ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਪਿੰਡਾਂ ਤੋਂ ਉੱਠ ਕੇ ਗਏ ਸੀ? ਦੇਖੋ ਜੀ ਸਾਡੇ ਚੱਕ ਵਿੱਚ ਸਿਰਫ 2 ਹੀ ਪਿੰਡ ਗਏ ਸਨ, ਛੰਨੀਆਂ ਤੇ ਵਸਾਊਕੋਟ। ਤੇ ਉਹ ਦੋਨੇ ਕਾਲੋਂ ਪਿੰਡ ਇੱਕੋ ਹੀ ਸਨ। ਅਸਲ ਤੇ ਪਿੰਡ ਤੁਹਾਨੂੰ ਅੱਗੇ ਅਰਜ਼ ਕੀਤੀ, ਅਸਲ ਤੇ ਪਿੰਡ ਵਸਾਊਕੋਟ ਸੀ। ਜੀ ਜੀ ਹਾਂਜੀ ਤੇ ਵਸਾਊਕੋਟ ਚੋਂ ਨਿਕਲ ਕੇ ਛੰਨੀਆਂ ਬਣਿਆ ਜੀ। ਤੇ ਛੰਨੀਆਂ ਦੇ ਕੁਝ ਬੰਦੇ ਗਏ ਜਾ ਕੇ ਆਬਾਦ ਹੋਏ। ਉੱਥੇ ਵੀ ਵੇਖੋ ਤੁਹਾਨੂੰ ਮੈਂ ਦੱਸਾਂ, ਤੁਸੀਂ ਆਖਣਾ ਇਹ ਕੀ ਹੋਇਆ ਇਸ ਕਿ ਉੱਥੇ ਵੀ ਜਿਹੜੇ ਅੰਦਰਲਾ ਅੰਦਰ ਦੀਆਂ 2 ਰਾਉਂਡਾਂ ਸਨ ਨਾ, ਉਹ ਛੰਨੀਆਂ ਸੀ ਤੇ ਬਾਹਰਲੀ ਜਿਹੜੀ ਲਾਸਟ ਰਾਉਂਡ ਸੀ ਉਹ ਵਸਾਊਕੋਟ। ਉਹਦੇ ਵਿੱਚ ਛੰਨੀਆਂ ਵਾਲਾ ਕੋਈ ਨਹੀਂ ਤੇ ਛੰਨੀਆਂ ਵਾਲਾ ਜੀ ਵਸਾਊਕੋਟੀਆ ਕੋਈ ਨਹੀਂ। ਵਾਹ ਜੀ ਵਾਹ। ਤੇ ਮੁਸਲਮਾਨ ਵੀ ਸੀਗੇ ਉੱਥੇ? ਮੁਸਲਮਾਨ ਕਾਮੇ ਸਨ, ਜਿਹਨਾਂ ਨੂੰ ਕਮੀ ਕਿਉਂ ਨਹੀਂ ਹੋਤੀ। ਈਸਾਈ ਵੀ ਕਮੀ ਸਨ, ਮੁਸਲਮਾਨ ਮਰਾਸੀ ਵੀ ਸਨ। ਕੋਈ ਉਹਨਾਂ ਦੇ ਨਾਂ ਦੱਸ ਦਿਓ ਤੇ ਉਹ ਕਿੱਧਰੋਂ ਗਏ ਸੀ ਇਹ ਵੀ ਦੱਸ ਦਿਓ। ਉਹ ਨਹੀਂ ਮੈਨੂੰ ਯਾਦ ਵੀ ਕਿੱਧਰੋਂ ਗਏ ਨੇ। ਉਹਦੇ ਤੇ ਮੈਨੂੰ ਨਾ ਕੋਈ ਪਤਾ ਲੱਗਾ ਤੇ ਨਾ ਯਾਦ ਹੀ ਹੈ ਮੈਨੂੰ ਵੀ ਉਹ ਬਜ਼ੁਰਗ ਪਿੱਛੋਂ ਲੈ ਗਏ ਜਾਂ ਕੀ ਹੋਇਆ ਜਾਂ ਕੀ ਨਹੀਂ ਹੋਇਆ। ਕੋਈ ਨਾਮ ਦੱਸ ਦਿਓ ਉਹਨਾਂ ਦੇ। ਨਾਮ ਹੀ ਬਹੁਤ ਯੋਧਨੇ ਉਦੋਂ ਦੇ ਹੀ ਨੇ। ਹਾਂਜੀ ਇੱਕੋ ਘਰ ਸੀ ਤੇਲੀਆਂ ਦਾ, ਜਿਹਨਾਂ ਚੁਰਾਗ ਅਸਮਾਈਲ ਵਗੈਰਾ ਲੈਟਰਮ ਪਟਰਮ, ਉਹ 4 ਭਰਾ ਸਨ। ਹਾਂਜੀ ਜੀ। ਤੇ ਲੰਬੜਦਾਰ ਕਿੰਨੇ ਸੀ ਉਸ ਚੱਕ ਦੇ? ਨੰਬਰਦਾਰ ਸਨ 4। ਮੇਰਾ ਵੱਡਾ ਪਿੰਡ ਸੀਗਾ। ਘੋੜੀ ਪਾਲ ਇੱਕੋ ਸੀ। ਲੰਬੜਦਾਰਾਂ ਦੇ ਨਾਂ ਦੱਸ ਦਿਓ ਜੀ। ਨੰਬਰਦਾਰਾਂ ਦੇ ਨਾਂ ਗੰਗਾ ਸਿੰਘ, ਉਹਦਾ ਉਹ ਘੋੜੀ ਸੀ। ਉਹ ਮੁਰੱਬਾ ਜਿਹੜਾ ਮਿਲਿਆ ਸੀ ਉਹ ਮਿਲਿਆ ਸੀ ਹੌਲਦਾਰ ਨੂੰ। ਫੌਜੀ ਗਿਆ ਗੁਜ਼ਰ। ਹਾਂਜੀ ਫਿਰ ਉਹਦਾ ਸਭ ਤੋਂ ਨਜ਼ਦੀਕੀ ਲੱਭਾ ਉਹਨਾਂ ਨੇ ਨੰਬਰਦਾਰ ਗੰਗਾ ਸਿੰਘ, ਉਹ ਮੁਰੱਬਾ ਫਿਰ ਗੰਗਾ ਸਿੰਘ ਮਿਲਿਆ। ਫਿਰ ਇੰਦਰ ਸਿੰਘ ਨੇ ਨੌਕਰੀ ਕੀਤੀ ਸੀ, ਫਿਰ ਦੂਜਾ ਨੰਬਰਦਾਰ ਇੰਦਰ ਸਿੰਘ, ਫਿਰ ਬਾਊ ਹਰਨਾਮ ਸਿੰਘ ਸਫੈਦ ਪੋਸ਼ਣ। ਸਿਰਫ ਸਾਡੇ ਚੱਕ ਦੇ ਵਿੱਚ ਆਬਾਦਗਾਰਾਂ ਵਿੱਚ ਸਿਰਫ ਇੱਕੋ ਘਰ ਸਫੈਦ ਪੋਸ਼ਣ ਦਾ ਸੀ। ਅੱਛਾ। ਉਹਨਾਂ ਨੂੰ ਜ਼ਮੀਨ ਮਿਲੀ ਸਮੁੰਦਰੀ ਤਹਿਸੀਲ 'ਚ 5 ਮਰਬੇ। ਹੁਣ ਦੱਸਣ ਵਾਲੀ ਗੱਲ ਹੈ ਵੀ ਇਹ ਕਿੱਦਾਂ ਦੀਆਂ ਬਰਾਦਰੀਆਂ ਸਨ। ਉਹ ਮੈਂ ਤੁਹਾਨੂੰ ਦੱਸਦਾ, ਉਹਨਾਂ ਨੂੰ 5 ਮਰਬੇ ਜ਼ਮੀਨ ਮਿਲੀ ਸਫੈਦ ਪੋਸ਼ਾਂ ਨੂੰ ਦੇ ਬਜ਼ੁਰਗ ਨੂੰ। ਉਹਨੇ ਅੰਗਰੇਜ਼ ਨੂੰ ਕਿਹਾ ਵੀ ਮੈਂ ਇੱਥੇ ਨਹੀਂ ਰਹਿਣਾ, ਮੈਂ ਬਰਾਦਰੀ 'ਚ ਜਾਣਾ। ਵਾਹ ਜੀ ਵਾਹ। ਮੈਂ ਇੱਥੇ ਗੈਰ ਬਰਾਦਰੀ 'ਚ ਨਹੀਂ ਰਹਿਣਾ, ਭਾਵੇਂ ਮੈਨੂੰ 5 ਹੀ ਦਿੱਤੇ ਆ, ਮੈਂ ਆਪਣੀ ਬਰਾਦਰੀ 'ਚ ਜਾਣਾ। ਉਹਨੇ ਆਖਿਆ ਵੱਲ ਜੇ ਤੂੰ ਆਪਣੀ ਬਰਾਦਰੀ 'ਚ ਜਾਣਾ 4 ਮਿਲਣਗੇ, 5 ਨਹੀਂ ਮਿਲਣਗੇ। ਉਹ ਜ਼ੈਲਦਾਰ ਕਹਿੰਦਾ ਵੀ ਮੇਰੇ ਪੋਤੀ 4 ਨੇ, ਤੁਸੀਂ ਮੈਨੂੰ ਦੇਣੇ ਹਨ ਤੇ ਮੇਰੇ ਪੋਤੀ 4 ਨੇ ਤੇ ਮੈਨੂੰ ਉਹ 4 ਮਨਜ਼ੂਰ ਨੇ। ਉਹ ਫਿਰ ਇੱਥੇ ਉਹਨੂੰ 4 ਮਿਲੇ ਸੀ। ਵਾਹ ਜੀ ਵਾਹ। ਮਤਲਬ 25 ਕਿੱਲੇ ਛੱਡ ਦਿੱਤੇ ਬਰਾਦਰੀ ਲਈ। 5 ਕਿੱਲੇ 25 ਕਿੱਲੇ ਛੱਡ ਦਿੱਤੇ। ਵਾਹ ਜੀ। ਉਹਨੇ ਕਿਹਾ ਕਿ ਮੁਰੱਬਾ ਦੂਜਿਆਂ ਨੂੰ ਜੀ ਸੀ, ਦੂਜੇ ਮੇਰੇ ਭਰਾਵਾਂ ਨੂੰ ਮੁਰੱਬਾ ਸੀ ਤੇ ਮੁਰੱਬਾ ਮੇਰੀ ਨਾਲ ਵੀ ਮਿਲ ਜਾਏਗਾ। ਵਾਹ ਜੀ, ਤੁਹਾਡੇ ਨੇੜੇ ਆ ਗਏ ਉਹ। ਉਹ ਆਪਣੀ ਬਰਾਦਰੀ ਸੀ। ਇੱਕ ਨੰਬਰਦਾਰ ਉਹਨਾਂ ਨੂੰ ਤੁਸੀਂ ਬਾਬੂ ਉਹ ਰੇਲਵੇ ਸੀ ਤੇ ਰੇਲਵੇ 'ਚ ਵਾਪਸ ਆਇਆ ਜਦੋਂ
ਤੇ ਉਹ ਇੱਕ ਨੰਬਰਦਾਰੀ ਉਹਨੂੰ ਹੋ ਗਈ। ਅੱਛਾ। ਇਸ ਤਰ੍ਹਾਂ ਕਰਕੇ 60 ਮਰਬਿਆਂ ਦਾ ਪਿੰਡ ਸੀ। ਤੁਹਾਡੇ ਮੁਰੱਬੇ ਦਾ ਨੰਬਰ ਕੀ ਸੀ, ਯਾਦ ਆ? ਨੰਬਰ ਨਹੀਂ ਮਰਬਿਆਂ ਦੀ ਕੋਈ ਵੀ ਯਾਦ ਉਦਾਂ ਦਿਸ਼ਾ ਪਤਾ ਵੀ ਲੈਂਦੇ ਚੜ੍ਹਦੇ ਕਿੱਧਰ ਹੈ ਸੀ? ਵੀ ਨਹੀਂ ਸਨ। ਸਾਡੇ ਜੋ ਜਿਹੜੇ ਸਨ, ਸਾਡਾ ਇੱਕ ਮਰਬਾ ਜ਼ਮੀਨ ਜਿਹੜਾ ਸੀ ਉਹ ਪਿੰਡ ਦੇ ਨਾਲ ਸੀ ਜੀ। ਤੇ ਮੁੜ ਕੇ ਬਜ਼ੁਰਗਾਂ ਮਿਹਨਤ ਕੀਤੀ ਤੇ ਦੂਜਾ ਮਰਬਾ ਜਿਹੜਾ ਸੀ ਨਾ ਉਹ ਸਾਡੇ ਨਜ਼ਦੀਕੀ ਸਨ ਲੇਕਿਨ ਵਾਰਸ ਕੋਈ ਨਹੀਂ ਸੀ, ਲੜਕੀ ਵਾਰਸ ਸੀ। ਕੁਛ ਚਿਰ ਹੋ ਰਿਹਾ ਉਹਨਾਂ ਦਾ, ਫਿਰ ਉਹਨਾਂ ਨੇ ਕਿਹਾ ਵੀ ਹਾਂ ਵੇਚਣਾ, ਫਿਰ ਉਹ 30,000 ਦਾ ਅਸਾਂ ਬੈ ਲਿਆ। 30,000 ਰੁਪਏ ਦਾ ਉਸ ਵੇਲੇ? ਉਸ ਵੇਲੇ 30,000 ਵੀ ਬੜੇ ਜ਼ੋਰ ਨਾਲ ਹੋਇਆ ਸੀਗਾ। ਉਹ ਤੁਸੀਂ ਹੈਰਾਨ ਹੋਵੋਗੇ। ਨਹੀਂ 30,000 ਤਾਂ ਜੀ 30,000 ਵੀ ਨਹੀਂ ਸੀ ਬਣਦਾ। ਨਹੀਂ 30,000 ਤਾਂ ਮੈਂ ਇਹ ਸੋਚਦਾ ਕਿ ਅੱਜ ਦੇ ਮੇਰੇ ਖਿਆਲ 3-4 ਕਰੋੜ ਦੇ ਬਰਾਬਰ ਹੋਣਾ। ਬਿਲਕੁਲ 18 ਰੁਪਏ ਤੇ ਉਦੋਂ ਸੋਨਾ ਸੀ। ਇਹ ਜੇ ਸੋਨੇ ਦੇ ਹਿਸਾਬ ਨਾਲ ਦੇਖੀਏ ਸੋਨਾ ਸੀ ਜਦੋਂ 30,000 ਤੋਂ ਮਰਬਾ ਲਿਆ ਸਾਂ। ਵਾਹ। ਯਾਨੀ ਮੇਰੇ ਸੰਭਾਲ ਦੇ ਵਿੱਚ 17 ਸਾਲਾਂ ਦੇ ਵਿੱਚ 18 ਰੁਪਏ ਤੋਂ ਲੈ ਕੇ 60,000 ਰੁਪਏ ਸੋਨੇ ਦੀ ਕੀਮਤ ਹੋ ਗਈ। ਇਦਾਂ ਹੀ ਹੈ। ਬਿਲਕੁਲ ਬਿਲਕੁਲ। ਮਹਿੰਗਾਈ ਕਿ ਨਹੀਂ ਵਧੀ। ਕਣਕ 2 ਰੁਪਏ ਸੀ। 2 ਰੁਪਏ ਮਣ। ਅੱਛਾ। ਵਾਹ। ਵਾਰ ਤੋਂ ਸੈਕੰਡ ਵਾਰ ਤੋਂ ਬਾਅਦ ਫਿਰ ਕਣਕ ਹੋਈ 10 ਰੁਪਏ ਮਣ। ਤੇ ਤੁਸੀਂ ਆਪਣੀ ਪੜ੍ਹਾਈ ਕਿੱਥੋਂ ਕੀਤੀ? ਕੋਈ ਸਕੂਲ ਸੀਗਾ ਨੇੜੇ? ਦਰਅਸਲ ਸਾਡੇ ਪਿੰਡ ਵਿੱਚ ਮਾਡਲ ਸਕੂਲ ਸੀ। ਉਦੋਂ ਗਵਰਨਮੈਂਟ ਸਕੂਲ ਨਹੀਂ ਸਨ। ਉਦੋਂ ਸਕੂਲ ਜਿੰਨੇ ਵੀ ਬਣਾਏ ਹਨ ਉਹ ਡਿਸਟ੍ਰਿਕਟ ਬੋਰਡ ਦੇ ਹਨ। ਸਾਰੇ ਡਿਸਟ੍ਰਿਕਟ ਬੋਰਡ ਦੇ ਅੰਦਰ। ਸਾਡਾ ਸਕੂਲ ਡਿਸਟ੍ਰਿਕਟ ਬੋਰਡ ਦੇ ਅੰਦਰ ਸੀ। ਜੀ। ਟੀਚਰ ਯਾਦ ਨੇ? ਹਾਂ, ਜਿਹੜੇ ਪੜ੍ਹਾਉਂਦੇ ਸੀ ਉਹ ਯਾਦ ਨੇ ਤੁਹਾਨੂੰ? ਦੇਖੋ ਜੀ, ਪ੍ਰਥਮ ਤੇ ਮੇਰੇ ਬਨੋਈ ਸਨ ਸਰਦਾਰ ਨਿਹਾਲ ਸਿੰਘ ਗਿੱਲ, ਜਿਹੜੇ ਹੈਡ ਮਾਸਟਰ ਰਹੇ 15 ਸਾਲ। ਵਾਹ ਜੀ ਵਾਹ। ਮੇਰੀ ਭੂਆ ਜੀ ਦੀ ਸੈਕੰਡ ਬੇਟੀ ਸੀ। ਫਸਟ ਬੇਟੀ ਜਿਹੜੀ ਵੱਡੀ ਸੀ ਸਭ ਤੋਂ, ਉਹ ਨਾਲ ਹੀ ਬਲਾਕੀ ਚੱਕ ਪਿੰਡ ਸੀ 3 ਮੀਲ ਤੋਂ ਸਾਡੇ ਤੋਂ, ਉਹ ਉੱਥੇ ਸੀ। ਤੇ ਉਦੋਂ ਛੋਟੀ ਇਹ ਜਿਹੜੀ ਸੀ ਇਹ ਹੈਡ ਮਾਸਟਰ ਸਨ ਇੱਥੇ। ਇਹ ਗਿੱਲ ਸਾਹਿਬ ਅੰਮ੍ਰਿਤਸਰ ਦੇ ਸੀ? ਕੌਣ? ਇਹ ਗਿੱਲ ਸਾਹਿਬ ਜਿਹੜੇ ਤੁਹਾਡੇ ਬਹਿਨੋਈ ਸੀ? ਗਿੱਲ ਸਾਹਿਬ ਜਿਹੜੇ ਸਨ ਨਾ, ਇਹ ਅੰਮ੍ਰਿਤਸਰ ਦੇ ਨਹੀਂ ਸਨ, ਇਹ ਲੁਧਿਆਣੇ ਦੇ ਹਨ ਪਿੱਛੋਂ। ਅੱਛਾ। ਇਹਦਾ ਮਤਲਬ ਉਦੋਂ ਰਿਸ਼ਤੇਦਾਰੀਆਂ ਇਦਾਂ ਸਿਆਲਕੋਟੀਆਂ ਦੀਆਂ ਜਾਂ ਗੁਰਦਾਸਪੁਰੀਆਂ ਦੀਆਂ ਹੋ ਜਾਂਦੀਆਂ ਸੀ? ਇਹ ਲੁਧਿਆਣੇ ਦੇ ਸਨ। ਇਹਨਾਂ ਦੇ ਬਾਪ ਨੂੰ 2 ਮਰਬੇ ਜ਼ਮੀਨ ਸਮੁੰਦਰੀ ਤਹਿਸੀਲ ਦੀ ਮਿਲੀ ਸੀ। ਇਹ 2 ਭਰਾ ਸਨ। ਵੱਡੇ ਇਹ ਸਨ ਤੇ ਉਦੋਂ ਛੋਟਾ ਡਾਕਟਰ ਸੀਗਾ, ਡਾਕਟਰ ਜਗਤ ਸਿੰਘ। ਮਤਲਬ ਪੜ੍ਹੇ ਲਿਖੇ ਦੇ? ਇਹ 2 ਭਰਾ ਸਨ ਸਕੇ। ਫਿਰ ਕੁਦਰਤ ਦਾ ਵੀ ਇੱਕੋ ਘਰ ਹੀ ਵਿਆਹੇ ਸਨ ਤੇ ਇੱਕੋ ਹੀ ਸਕੀਆਂ ਭੈਣਾਂ ਆਈਆਂ ਹਨ ਤੇ ਇੱਕੋ ਹੀ ਸਕੀਆਂ ਭੈਣਾਂ ਇਕੱਠੀਆਂ ਫਿਰ ਗਈਆਂ। ਅੱਛਾ। ਮੌਤ ਵੀ ਇਕੱਠੀਆਂ ਦੀ ਹੋ ਗਈ ਅੱਗੇ ਪਿੱਛੇ। ਅੱਛਾ। ਇੱਕ ਤਾਂ ਟੀਚਰ ਹੋ ਗਿਆ ਗਿੱਲ ਸਾਹਿਬ। ਹਾਂਜੀ। ਹੋਰ ਟੀਚਰ? ਹੋਰ ਇੱਕ ਗੁਰਦਾਸ ਸਿੰਘ, ਇੱਕ ਜੇਠੂ ਰਾਮ, ਇੱਕ ਲਛਮਣ ਸਿੰਘ, ਇਸ ਤਰ੍ਹਾਂ ਕਰਕੇ। ਜੀ। ਕਿੰਨੇ ਕੁ ਚੱਕਾਂ ਦੇ ਬੱਚੇ ਪੜ੍ਹਨ ਆਉਂਦੇ ਸੀ ਤੁਹਾਡੇ ਪਿੰਡ? ਹਾਂਜੀ। ਕਿੰਨੇ ਕੁ ਪਿੰਡਾਂ ਦੇ ਬੱਚੇ ਪੜ੍ਹਨ ਆਉਂਦੇ ਸੀਗੇ ਉਸ ਚੱਕ 'ਚ? ਤਕਰੀਬਨ ਲੈਂਥ ਜਿੰਨੀ ਕੁ ਚਾਹੀਦੀ ਸੀ ਨਾ ਉਨੀ ਕੁ ਹੋ ਜਾਂਦੀ ਬਖੂਬੀ। 3 ਮੀਲ ਤੱਕ ਦੇ ਬੱਚੇ ਆਉਂਦੇ ਸਨ ਸਾਈਕਲ ਵੀ ਉਦੋਂ ਘੱਟ ਹੀ ਸੀ। ਮੁਸਲਮਾਨ ਵੀ ਨਾਲ ਪੜ੍ਹਦੇ ਸੀ? 2 ਮੁੰਡੇ ਪਠਾਨ ਸਨ ਸਾਡੇ ਨਾਲ। 3 ਕੁ ਮੀਲ ਤੇ 2 ਚੱਕ ਪਠਾਨਾਂ ਦੇ ਹਨ, 14 ਔਰ 16 ਸਾਡੇ ਨਾਲ ਪੜ੍ਹਦੇ ਨੇ। ਇੱਕ ਦਾ ਨਾਂ ਇਕਬਾਲ ਸੀ। ਹਾਂਜੀ ਜੀ। ਤੇ ਇਸ ਤਰ੍ਹਾਂ ਦੂਸਰੇ ਦਾ ਨਾਮ ਹੀ ਸੀ। 2 ਪੜ੍ਹਦੇ ਰਹੇ ਆ, ਉਹ ਪਠਾਨ ਪੜ੍ਹਦੇ ਰਹੇ। ਬਾਕੀ ਹੋਰ ਮੁਸਲਮਾਨ ਵੀ ਜੰਗਲੀ ਪੜ੍ਹਦੇ ਰਹੇ। ਅੱਛਾ। ਉਹਨਾਂ ਦੇ ਵੀ ਨਾਂ ਦੱਸ ਦਿਓ। ਹਾਂ, ਜਾਂਗਲੀਆਂ ਦੇ ਵੀ ਨਾਂ ਦੱਸ ਦਿਓ। ਜੰਗਲੀਆਂ ਦਾ ਨਾਂ ਨਹੀਂ ਯਾਦ। ਅੱਛਾ। ਜਾਂਗਲੀਆਂ ਬਾਰੇ ਬੜੀਆਂ ਕਹਾਣੀਆਂ ਮਸ਼ਹੂਰ ਆ। ਦੱਸੋ।
ਕਿ ਕਹਿੰਦੇ ਵੀ ਉਹ ਡੰਗਰਾਂ ਦੇ ਬੜੇ ਸ਼ੌਕੀਨ ਸੀਗੇ। ਡੰਗਰਾਂ ਦੇ ਬੜੇ ਚੋਰ ਸਨ ਆਖੋ। ਸ਼ੌਕੀਨ ਨਾ ਆਖੋ, ਅੱਛਾ, ਡੰਗਰਾਂ ਦੇ ਬੜੇ ਚੋਰ ਸਨ। ਚਲੋ ਕਹਾਣੀਆਂ ਸੁਣਾਓ ਉਹਨਾਂ ਦੀਆਂ, ਕੋਈ ਤੁਹਾਡੀ ਜਿਹੜੀ ਯਾਦ 'ਚ ਹੁਣ। ਮੇਰੀ ਯਾਦ 'ਚ ਕਹਾਣੀ ਲਓਗੇ ਤੇ ਮੇਰੇ 3 ਡੰਗਰ ਚੋਰੀ ਹੋਏ ਸਨ। ਪਹਿਲੇ ਚੋਰੀ ਹੋਇਆ ਸੀਗਾ ਇੱਕ ਬਲਦ ਤੇ ਇੱਕ ਘੋੜੀ। ਜੀ। ਬਾਪ ਮੇਰਾ ਜਿਹੜਾ ਸੀ ਨਾ ਬਿਲਕੁਲ ਅਨਪੜ੍ਹ ਸੀ, ਪਰ ਸ਼ਾਹ ਬਨੋਟੀ ਜ਼ਰੂਰ ਕਰਦਾ ਸੀ। ਤੇ ਸ਼ਾਹ ਬਨੋਟੀ ਹੁਣ ਤੁਹਾਨੂੰ ਦੱਸਾਂ ਕੌਣ ਕਰਦਾ ਸੀ? ਬਾਪ ਨਹੀਂ ਕਰਦਾ, ਬ੍ਰਾਹਮਣ ਕਰਦਾ ਸੀ। ਅੱਛਾ। ਪੇਟੀ ਦੀਆਂ ਚਾਬੀਆਂ ਘਰੋਂ ਮਾਤਾ ਮੇਰੀ ਕੋ ਬ੍ਰਾਹਮਣ ਨੇ ਲੈਣੀਆਂ ਤੇ ਜਿਸਨੇ ਲੋੜ ਹੋਣੀ ਪੈਸੇ ਕੱਢ ਕੇ ਜਿਹਨੂੰ ਦੇਣੇ ਦੇ ਕੇ ਉਹਦੇ ਕੋਲ ਪਤਾ ਲਿਖਾ ਲੈਣਾ। ਕੀ ਨਾਂ ਸੀ ਉਸ ਪੰਡਤ ਦਾ? ਪੰਡਤ ਦਾ ਨਾਂ ਨਹੀਂ ਮੈਨੂੰ ਯਾਦ। ਮੇਰੇ ਸੰਭਾਲ ਤੋਂ ਪਹਿਲਾਂ ਚੱਲ ਗਿਆ ਨਾ। ਚਲ ਗਿਆ। ਅੱਛਾ, ਹਾਂ। ਅੱਛਾ, ਅੱਛਾ। ਮੇਰੀ ਸੰਭਾਲ ਤੱਕ ਤੇ ਇਹ ਸਿਸਟਮ ਹੀ ਖਤਮ ਹੋ ਗਿਆ ਨਾ। ਜੀ ਜੀ। ਉਦੋਂ ਜਾਂ ਗਹਿਣੇ 'ਚ ਸੀ ਜ਼ਮੀਨ, ਬਾਪ ਮੇਰੇ ਕੋਲ ਇੱਕ ਮੁਰੱਬਾ ਤੇ ਅੱਧਾ ਮੁਰੱਬਾ ਮੁਸਤਾਜਰੀ ਇੱਕ ਲਫ਼ਜ਼ ਸੀ। ਅੱਛਾ, ਇਹਦਾ ਕੀ ਅਰਥ ਆ? ਮੁਸਤਾਜਰੀ ਦਾ ਅਰਥ ਇਹ ਆ ਵੀ ਜੇ ਤੁਸੀਂ ਕਿਸੇ ਨੂੰ ਰੁਪਈਆ ਦਿੱਤੇ ਆ, ਉਹ ਵਸੂਲ ਨਹੀਂ ਹੋ ਸਕਦੇ, ਗਹਿਣੇ ਉਹ ਦੇਣਾ ਨਹੀਂ ਚਾਹੁੰਦਾ, ਤੇ ਉਹ ਬਹਿ ਕੇ ਫੈਸਲਾ ਕਰ ਲੈਣਾ ਭਾਈ ਇੰਨੇ ਸਾਲ ਤੇਰੀ ਜ਼ਮੀਨ ਅਸੀਂ ਵਾਵਾਂਗੇ ਤੇ ਰੁਪਈਆ ਖਤਮ। ਅੱਛਾ। ਸਾਡੇ ਬਜ਼ੁਰਗ ਕੋਲ ਇੱਕ ਅੱਧਾ ਮੁਰੱਬਾ 20 ਸਾਲ ਵਾਸਤੇ, ਤੇ ਦੂਸਰਾ ਤਕਰੀਬਨ 20 ਕਿੱਲੇ ਦੂਸਰੀ ਜਿਹੜੀ ਉਹ ਰਹਿਣ ਸੀ। ਤੇ ਰਹਿਣ ਮੁੜ ਕੇ ਜਦੋਂ ਸਨ ਦੂਸਰੀ ਵਾਰ ਤੋਂ ਬਾਅਦ ਫਿਰ ਉਹ ਛੁੱਟ ਗਈ, ਫਿਰ ਇਹ ਮੁਰੱਬਾ ਲੈਣਾ ਪਿਆ। ਠੀਕ 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 ਠੀਕ। ਤੇ ਤੇ ਤੁਸੀਂ ਉਹ ਜਾਂਗਲੀਆਂ ਦੀ ਗੱਲ ਵਿੱਚ ਹੀ ਰਹਿ ਗਈ। ਹਾਂਜੀ, ਉਹ ਬੜੇ ਜ਼ੋਰ ਨਾਲ ਬਲਦ ਮੋੜਿਆ, ਘੋੜੀ ਨਹੀਂ ਸੀ ਮੋੜੀ। ਕਿਹੜੇ ਚੱਕ ਦੇ ਸੀ ਉਹ? ਉਹ ਪਤਾ ਨਹੀਂ ਕਿਹੜੇ ਚੱਕ ਸੀ, ਇਹ ਵੀ ਨਹੀਂ ਮੈਨੂੰ ਪਤਾ। ਮੈਂ ਛੋਟਾ ਸਾਂ, ਇਸ ਤੋਂ ਕਿਲਮ ਨਹੀਂ, ਬਹੁਤ ਛੋਟਾ। ਦੂਸਰੇ ਫਿਰ 2 ਬਲਦ ਨਿਕਲੇ, ਉਹ ਵੀ ਜੰਗਲੀਆਂ ਕੱਢੇ। ਉਹ ਤੇ ਫਿਰ ਮੌਕੇ ਤੇ ਜਾ ਕੇ ਫਿਰ ਕਾਬੂ ਕਰ ਲਏ, ਉਹਦੇ ਉੱਥੋਂ ਮੋੜ ਲਏ। ਫਿਰ ਮੁੜ ਕੇ ਤੀਜੀ ਵਾਰ ਜੰਗਲੀ ਇੱਕ ਬਲਦ ਲੈ ਗਿਆ। ਮਤਲਬ ਕਾਫੀ ਮਾਹਰ ਸੀਗੇ ਹਨਾ ਜੀ ਇਸ ਕੰਮ ਦੇ। ਇੱਥੇ ਨਹੀਂ ਸਨ, ਸਾਡੇ ਕੋਲੋਂ 12 ਮੀਲ ਲੈਲਪੁਰ ਸੀ, 9 ਮੀਲ ਪੱਕਾ, 3 ਮੀਲ ਕੱਚੀ। ਜਦੋਂ ਪੱਕੇ ਚੜ੍ਹਦੇ ਸਨ ਨਾ, ਉਦੋਂ ਫਿਰ ਜੰਗਲੀ ਬੋਰੀਆਂ ਪਾੜਦੇ ਸੀ। ਇੱਕ ਬੰਦਾ ਨਾਲ ਹੋਰ ਖੜਨਾ ਪੈਂਦਾ ਸੀ, ਵਾਹ ਜੀ ਵਾਹ। ਰਾਖਾ। ਬੱਲੇ ਬੱਲੇ। ਤੁਸੀਂ ਗੱਡਾ ਲੈ ਕੇ ਜਾਣ ਲੱਗ ਪਏ ਸੀ? ਗੱਡਾ ਲੈ ਕੇ ਬਜ਼ੁਰਗ ਜਾਂਦੇ, ਮੈਂ ਸਵਾ ਦੇਣਾ। ਮੈਂ ਤਾਂ ਉਮਰ ਦਾ ਛੋਟਾ ਸਾਂ। ਠੀਕ। ਮੈਂ ਤੁਸੀਂ ਤੁਹਾਨੂੰ ਪੁੱਛਿਆ ਤੇ ਮੈਂ ਤੁਹਾਨੂੰ ਦੱਸਣ ਡਿਆ। ਵਾਹ। ਬਜ਼ੁਰਗ ਗੱਡਾ ਲੈ ਕੇ ਜਾਂਦੇ ਹਨ, ਆਪਣਾ ਕਣਕ ਲੈ ਕੇ, ਨਰਮਾ ਲੈ ਕੇ ਬਜ਼ੁਰਗ ਨਹੀਂ ਜਾਂਦੇ, ਉਹ ਗੱਡਾ ਕਿਰਾਏ ਤੇ ਕਰਦੇ ਸਨ। ਨਰਮਾ ਵੀ ਲੈ ਕੇ ਖੜਦੇ ਸੀ। ਨਰਮੇ ਦੀ ਮਗਰਲੀ ਝੋਲੀ, ਜਿਸ ਤਰ੍ਹਾਂ ਇੱਥੇ ਤੁਸੀਂ ਕਹਿੰਦੇ ਝੋਲੀ ਫੱਕਾਂ ਵਾਲੀਆਂ, ਮਗਰ ਗੱਡੇ ਦੀ ਜਿਹੜੀ ਝੋਲੀ ਹੁੰਦੀ ਨਰਮੇ ਦੀ, ਉਹ ਵੀ ਪਾੜ ਲੈਂਦੇ ਹਨ। ਇਹ ਜੰਗਲੀਆਂ ਦਾ ਕੰਮ ਸੀ। ਪੂਰੀ ਰਾਖੀ ਕਰਕੇ ਉਹ ਟਾਈਮ ਉਹ ਸੜਕ ਅਬੂਰ ਕਰਨੀ ਪੈਂਦੀ ਜੀ। ਬੜੀ ਜੱਦੋ ਜਹਿਦ ਨਾਲ, ਤੁਸੀਂ ਪੁੱਛਿਆ ਸੀ ਨਾ ਕਿਵੇਂ, ਬੜੀ ਜੱਦੋ ਜਹਿਦ ਨਾਲ ਸਾਡੇ ਬਜ਼ੁਰਗਾਂ ਨੇ ਉਹ ਇਲਾਕੇ ਆਬਾਦ ਕੀਤੇ। ਕੋਈ ਸੌਖੇ ਨਹੀਂ। ਤੇ ਨੇੜੇ ਸਟੇਸ਼ਨ ਕਿਹੜਾ ਲੱਗਦਾ ਸੀ ਤੁਹਾਨੂੰ? ਸਾਨੂੰ ਸਟੇਸ਼ਨ ਸੋਇਲ ਲੈਲਪੁਰ ਦੇ ਕੋਈ ਨਹੀਂ। ਥਾਣਾ ਜੜ੍ਹਾਂਵਾਲਾ, ਤਹਿਸੀਲ ਵੀ ਜੜ੍ਹਾਂਵਾਲਾ, ਜ਼ਿਲ੍ਹਾ ਲੈਲਪੁਰ। ਤੇ ਸਾਈਆਂ ਵਾਲਾ ਸਟੇਸ਼ਨ? ਸਾਈਆਂ ਵਾਲਾ ਜਿਹੜਾ ਸੀ ਨਾ, ਇਹ ਸਟੇਸ਼ਨ ਚਲੇ ਗਿਆ ਸੀ ਲੈਲਪੁਰ ਤੋਂ। ਰੇਲ ਜਿਹੜੀ ਲਾਹੌਰ ਨੂੰ ਜਾਂਦੀ ਸੀ ਨਾ ਜੀ, ਉਹਦੇ ਤੇ ਤੀਸਰਾ ਨੰਬਰ ਸਾਈਆਂ ਵਾਲਾ ਸਟੇਸ਼ਨ ਬਣਿਆ ਸੀ। ਇਹ ਕਿਵੇਂ ਮਤਲਬ ਸਟੇਸ਼ਨ ਮਿਲਿਆ, ਕੋਈ ਇਹਦਾ ਇਤਿਹਾਸ ਤੁਹਾਨੂੰ ਪਤਾ? ਦੇਖੋ ਜੀ, ਮੈਂ ਤੁਹਾਨੂੰ ਅਰਜ਼ ਕਰਨ ਲੱਗਾ ਵੀ ਇੱਕ ਵਾਰ ਮੈਂ ਵੀ ਆਪਣੇ ਮਾਸਟਰ ਜੀ ਦੇ ਨਾਲ ਘੋੜੀ ਦੇ ਮਗਰ ਬਹਿ ਕੇ ਤੇ ਝੁੰਬਰੇ ਤੋਂ ਉਹਨਾਂ ਦੇ ਚੱਕ ਤੱਕ ਗਿਆ ਸਾਂ। ਕਿਹੜਾ ਚੱਕ ਸੀ ਉਹਨਾਂ ਦਾ? ਉਹਨਾਂ ਦਾ ਚੱਕ ਡਸਕਾ। ਅੱਛਾ। ਉਹ ਚੱਕ ਦਾ ਨੰਬਰ 53 ਸੀ। 53 ਸੀ। ਅੱਛਾ ਅੱਛਾ। ਤੇ ਡਸਕਾ ਕਰਕੇ ਉਹਨਾਂ ਨੂੰ ਬੋਲਦੇ ਹਨ। ਉਹਨਾਂ ਦੇ ਆਪਣੇ ਸਨ। ਉਹ ਸਾਹੀ ਸੀਗੇ ਉਹ ਵੀ?
ਇਹ ਸਾਰੀ ਜਾਣੇ 10 ਮੁਰੱਬੇ ਜ਼ਮੀਨ ਤੇ ਇਹਨਾਂ ਦੀ ਸੀਗੇ। ਅੱਛਾ 10 ਮੁਰੱਬੇ ਇਸ ਤਰ੍ਹਾਂ ਸੀ ਵੀ 10 ਮੁਰੱਬੇ ਤੋਂ 5 ਮੁਰੱਬੇ ਜ਼ਮੀਨ ਜਿਹੜੀ ਸੀ ਨਾ ਉਹ ਬਾਪ ਦੀ ਹੋਈ, ਤੇ 5 ਮੁਰੱਬੇ ਜ਼ਮੀਨ ਜਦੋਂ ਬਾਪ ਦੀ ਹੋਈ ਤੇ ਉਸ ਦੇ 3 ਲੜਕੇ ਹਨ। ਤਿੰਨਾਂ ਲੜਕਿਆਂ ਚੋਂ ਇੱਕ ਵੱਡੇ ਲੜਕੇ ਨੂੰ ਫੇਰ 5 ਮੁਰੱਬੇ ਮਿਲ ਗਏ, 10 ਹੋ ਗਏ। ਹਾਂਜੀ, ਫਿਰ ਉਹਨੇ ਕਿਹਾ ਵੀ ਮੈਨੂੰ 5 ਤੇ ਮਿਲ ਹੀ ਗਏ ਨੇ, ਤੇ ਇਹ 5 ਮੁਰੱਬੇ ਤੁਸੀਂ ਦੋ ਭਰਾ ਵੰਡ ਲਓ। ਉਹਦੇ 5 ਮੁਰੱਬੇ ਉਹਨੂੰ ਮਿਲੇ ਹਨ, ਉਹ ਕੁਲਦੀਪ ਸਿੰਘ ਦਾ ਨਾਨਾ ਸੀ। ਅੱਛਾ ਵਿਰਕ ਦਾ, ਡੀਜੇਪੀ ਦਾ, ਜਿਹੜੇ ਡੀਜੀਪੀ ਵੀਰ ਸਰਬਜੀਤ ਸਿੰਘ ਬਿਲਕੁਲ। ਸਰਬਜੀਤ ਸਿੰਘ ਦੇ ਬਾਪ ਦਾ ਨਾਨਾ। ਅੱਛਾ 2 ਭੈਣਾਂ ਸਨ, ਇੱਕ ਸਰਬਜੀਤ ਦੀ ਮਾਤਾ, ਕੁਲਦੀਪ ਸਿੰਘ ਦੀ ਮਾਤਾ, ਜੀ ਕੁਲਦੀਪ ਸਿੰਘ ਦੀ ਮਾਤਾ, ਤੇ ਦੂਜੀ ਮਾਤਾ ਮੇਹਰ ਸਿੰਘ, ਸੁਣਿਆ ਤੁਹਾਨੂੰ? ਨਹੀਂ ਹਾਂਜੀ, ਅਰਜਨ ਸਿੰਘ ਤੇ ਮੇਹਰ ਸਿੰਘ ਇੱਕੋ ਲਾਈਨ ਦੇ ਪਾਇਲਟ ਸਨ। ਮੇਹਰ ਸਿੰਘ ਨਾਲੋਂ, ਅਰਜਨ ਸਿੰਘ ਨਾਲੋਂ ਵੀ ਮੇਹਰ ਸਿੰਘ ਜਿਹੜਾ ਸੀ ਉਹ, ਨਹੀਂ ਅਰਜਨ ਸਿੰਘ ਤਾਂ ਉਹ ਹੋਏ ਆ ਜਿਹੜੇ ਕੋਹਾਲੀ ਦੇ ਸੀ ਪਿੱਛੋਂ, ਹਾਂ ਕੁਹਾੜੀ ਦੇ, ਔਲਖ। ਔਰ ਹਾਂ 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 ਉਹ ਸੁਣਿਆ ਜੀ ਬਿਲਕੁਲ, ਉਹ ਪਿੱਛੇ ਜੇ ਤਾਂ ਡੈਥ ਹੋਈ ਉਹਨਾਂ ਦੀ। ਬਸ। ਤੇ ਮੇਹਰ ਸਿੰਘ ਇਹੋ ਜਿਹਾ ਪਾਇਲਟ ਸੀ ਵੀ ਚਲਦਿਆਂ ਚਲਦਿਆਂ ਵਾਰ ਚ ਇੱਕ ਸਾਈਡ ਦਾ ਪੱਖਾ ਜਿਹੜਾ ਸੀ ਉੱਡ ਗਿਆ। ਇੱਕ ਸਾਈਡ ਦੇ ਪੱਖੇ ਉੱਡੇ ਨਾਲ ਇੱਕੋ ਪੱਖੇ ਦੇ ਨਾਲ ਜਹਾਜ਼ ਵਾਪਸ ਲੈ ਆਇਆ। ਯਾਨੀ ਉਸ ਵੇਲੇ 에ਅਰ ਫੋਰਸ ਸਭ ਤੋਂ ਪਹਿਲੇ ਨੰਬਰ ਦਾ ਪਾਇਲਟ ਜਿਹੜਾ ਸੀ ਮੇਹਰ ਸਿੰਘ। ਇਹ ਮੇਹਰ ਸਿੰਘ ਉਹਨਾਂ ਦੇ ਚੱਕ ਵੀ ਉਧਰ ਹੀ ਸੀ ਤੁਹਾਡੇ ਨੇੜੇ। ਉਹ ਲਾਲਪੁਰ ਤੋਂ ਗੱਟੀ ਸਟੇਸ਼ਨ ਪਹਿਲਾਂ ਆਉਂਦਾ ਸੀ, ਗੱਟੀ ਸਟੇਸ਼ਨ ਦੇ ਨਾਲ ਹੀ ਕੋਈ ਟਰੱਕ ਸੀ। ਸਪੈਦ ਪੋਸਟਾਂ ਵੀ 5 ਮੁਰੱਬੇ ਦੇ ਮਾਲਕ। ਚੂੜ ਵਾਲੀ ਜ਼ਮੀਨ ਪਈ ਸੀ ਸਾਡੇ ਜਲੰਧਰ 'ਚ ਉਹਨਾਂ ਨੂੰ। ਹਾਂਜੀ, ਚੂੜ ਵਾਲੀ ਪਿੰਡ ਹੈ ਇੱਕ, ਉੱਥੇ ਜ਼ਮੀਨ ਪਈ ਸੀ ਉਹਨਾਂ ਨੂੰ, ਹਾਂ ਹੁਣ ਅਰਜਨ ਸਿੰਘ ਉਹਨਾਂ ਨੂੰ। ਅੱਛਾ, ਹਾਂਜੀ ਹਾਂ ਉਹ ਨਹੀਂ ਮੈਨੂੰ ਯਾਦ। ਤੇ ਚਲੋ ਹੁਣ ਆਪਾਂ ਐ ਗੱਲ ਕਰਦੇ ਜਿਹੜਾ ਇਹ ਸਾਈਆਂ ਵਾਲਾ ਸਟੇਸ਼ਨ ਆ, ਹਾਂਜੀ ਇਹ ਕਹਿੰਦੇ ਜਿਹੜੇ ਡਸਕੇ ਦੇ ਚੌਧਰੀ ਸੀਗੇ, ਜਿਹੜੇ ਰੇਲਵੇ ਮਿਨਿਸਟਰ ਸੀ ਉਦੋਂ, ਹਾਂਜੀ, ਉਹਨਾਂ ਨੇ ਆਪਣੇ ਜਿਹੜੀ ਬਰਾਦਰੀ ਸੀ, ਕਹ ਲਓ ਸਿੱਖ ਈਸਾਈ ਸੀ, ਉਹਨਾਂ ਲਈ ਪਵਾਇਆ ਸੀ। ਉਹਨਾਂ ਲਈ ਉਹ ਸਟੇਸ਼ਨ ਲਿਆ। ਉਹ ਬਰਾਦਰੀ ਸਮਝਦੇ ਹਨ ਆਪੋ ਚ, ਬਰਾਦਰੀ ਕਰਕੇ ਫਿਰ ਉਹ ਸਟੇਸ਼ਨ ਮਿਲ ਗਿਆ। ਜੀ ਜੀ। ਤੇ ਹੁਣ ਆਪਾਂ ਗੱਲ ਕਰਾਂਗੇ ਜੀ ਉਸ ਵੇਲੇ ਦੀ, ਜਦੋਂ ਪਾਕਿਸਤਾਨ ਬਣਿਆ ਹਾਂਜੀ, ਉਦੋਂ ਦੀ ਕਹਾਣੀ ਸੁਣਾਓ ਵੀ ਕਿਵੇਂ ਛੱਡਣਾ ਪਿਆ ਉਸ ਸਵਰਗ ਨੂੰ ਜਿਹੜਾ ਤੁਹਾਡੇ ਬਜ਼ੁਰਗਾਂ ਨੇ ਬੜੀ ਮਿਹਨਤ ਨਾਲ ਉਸਾਰਿਆ ਸੀ। ਦਰਅਸਲ ਇਹ ਸਿਲਸਿਲਾ 1 ਮਹੀਨਾ ਚੱਲਣ ਡਿਆ ਪਿਆ। 1 ਮਹੀਨਾ ਪਹਿਲਾਂ ਪਤਾ ਲੱਗ ਗਿਆ ਸੀ ਵੀ ਹਾਂ ਇੱਥੇ ਨਹੀਂ ਰਹਿਣਾ। ਫਿਰ 15 ਦਿਨ ਤੇ ਬਿਲਕੁਲ ਹੀ, ਫਿਰ ਜਿਹੜੇ ਸਾਡੇ ਲੀਡਰ ਸਨ ਅਕਾਲੀ, 15 ਦਿਨ ਪਹਿਲਾਂ ਤਾਂ ਬਿਲਕੁਲ ਹੀ ਫਿਰ ਪਿੰਡਾਂ 'ਚ ਫਿਰ ਗਏ ਹਨ ਵੀ ਭਾਈ ਸ਼ਾਹ ਕਰੋ, ਤਿਆਰੀ ਕਰੋ, ਜਦੋਂ ਕੋਈ ਨਹੀਂ ਗੱਡਾ ਬਣਾਓ, ਤਿਆਰੀ ਕਰੋ, ਨਹੀਂ ਰਹਿਣਾ। ਇਸ ਤਰ੍ਹਾਂ ਫਿਰ ਉਹ, ਲੇਕਿਨ ਮੁਸ਼ਕਿਲ ਸਰਗੋਧੇ ਨੂੰ ਬੜੀ ਆਈ। ਹਾਂ ਦੂਰ ਸੀ ਉਹ। ਦੂਰ ਕਰਕੇ ਨਹੀਂ, ਜੀ 1100 ਗੱਡਾ ਲੁੱਟਿਆ ਗਿਆ ਸੀ। ਅੱਛਾ ਜੀ। ਮਾਈ ਦੀ ਝੁੱਗੀ ਹਾਂਜੀ ਸਰਗੋਧੇ ਵੱਲੋਂ ਆਈ ਹੈ ਨਾ, ਤੇ ਲੈਲਪੁਰ ਵੜਨ ਤੋਂ ਪਹਿਲਾਂ ਮਾਈ ਦੀ ਝੁੱਗੀ ਆਉਂਦੀ ਸੀ, ਇਹਨੂੰ ਮਾਈ ਦੀ ਝੁੱਗੀ ਕਹਿੰਦੇ। ਜੀ ਜੀ, ਹੁਣ ਵੀ ਇਹੀ ਕਹਿੰਦੇ ਆ ਜੀ, ਸੁਣਦੇ ਆ। ਉੱਥੋਂ ਅੰਦਰ ਆਉਂਦੇ ਹਨ। ਮਾਈ ਦੀ ਝੁੱਗੀ ਤੋਂ ਲੈ ਕੇ ਤੇ ਖਾਲਸਾ ਕਾਲਜ ਤੱਕ, ਖਾਲਸਾ ਕਾਲਜ ਤੇ ਉਹਨਾਂ ਨੇ ਫਾਟਕ ਬੰਦ ਕਰ ਲਏ ਮੁਸਲਮਾਨਾਂ। ਉਸ ਏਰੀਏ ਦੇ ਵਿੱਚ ਜਿੰਨੇ ਗੱਡੇ ਹਨ ਸਾਰੇ ਲੁੱਟ ਲਏ। ਫਿਰ ਦੋਲੀ ਇੱਕ ਦੂਜੇ ਦੇ ਫਿਰ ਲੜਾਈ ਹੋਈ। ਫਿਰ ਖਾਲਸਾ ਕਾਲ, ਬਾਕੀ ਜਿਹੜੇ ਬਚੇ ਗੱਡੇ ਗੁੱਡੇ ਉਹ ਕਾਲਜ 'ਚ ਆ ਗਏ। ਇਹਨਾਂ 'ਚ ਕੋਈ ਫਿਰ ਤੁਹਾਨੂੰ ਪਤਾ ਇਤਿਹਾਸ ਆਈ ਸਨ, ਇੱਧਰੋਂ ਇਹ ਫਾਇਰ ਕਰਦੇ ਰਹੇ, ਉੱਧਰੋਂ ਉਹ ਕਰਦੇ ਰਹੇ। ਫਿਰ ਜਦੋਂ ਇੰਨਾ ਕੁਝ ਹੋਇਆ ਤੇ ਫਿਰ ਦੋਵੇਂ ਗਵਰਨਮੈਂਟਾਂ ਨੇ ਬਹਿ ਕੇ ਫੈਸਲਾ ਕੀਤਾ। ਉਦੋਂ ਅਸੀਂ ਰਾਹ 'ਚ ਅਟਕੇ ਸਾਂ ਜੀ। ਅਟਕੇ ਇਸ ਕਰਕੇ ਸਾਂ ਭਈ ਜਦੋਂ ਅਸੀਂ ਜੜ੍ਹਾਂ ਵਾਲੇ ਤੋਂ ਅੱਗੇ ਨਿਕਲੇ ਆ ਕਿ ਨਹੀਂ, ਤੇ ਫਲੱਡ ਆ ਗਿਆ ਰਾਵੀ 'ਚ। ਅਸੀਂ ਲਾਹੌਰ ਵੱਲ ਤਾਂ ਜਾਣਾ ਨਹੀਂ ਸੀ, ਕਿਉਂ ਉੱਥੋਂ ਹੀ ਗੁਜ਼ਰਨਾ ਮੁਸ਼ਕਿਲ ਸੀ। ਹਾਂਜੀ ਠੀਕ।
ਅਸੀਂ ਫਿਰ ਉਹ ਡੈਮ ਕ੍ਰਾਸ ਕਰਕੇ, ਹਾਂਜੀ, ਤੇ ਦੋ ਹੀ ਸੜਕਾਂ ਸਨ, ਇੱਕ ਲੈਲਪੁਰ ਲਾਹੌਰ, ਇੱਕ ਮਿੰਟ ਗੁਮਰੀ ਲਾਹੌਰ। ਜਿੱਥੇ ਸੁਲੇਮਾਨੀ ਹੈਡ ਆਉਂਦਾ, ਸੁਲੇਮਾਨ ਹੈਡ। ਸੁਲੇਮਾਨ ਜਿਹੜਾ ਸੀ ਉਹ ਮਿੰਟ ਗੁਮਰੀ ਵਾਲਿਆਂ ਨੇ ਵਰਤਿਆ ਸੀ, ਅਸਾਂ ਸੁਲੇਮਾਨ ਨਹੀਂ ਵਰਤਿਆ, ਅਸਾਂ ਉਦੋਂ ਪਿੱਛੇ ਵਰਤਿਆ ਸੀ, ਹਾਂਜੀ ਜੀ ਹੈਡ। ਉਹ ਫਿਰ ਜਦੋਂ ਫਲੱਡ ਆਇਆ ਨਾ, ਫਿਰ ਇੰਨੀ ਚੀਜ਼ ਅਸੀਂ ਜ਼ਰੂਰ ਵੇਖੀ ਹੈ, ਅਨੁਭਵ ਕੀਤਾ ਹੈ ਵੀ ਕੁਦਰਤ ਨੇ ਸਾਡੀ ਮਦਦ ਬੜੀ ਕੀਤੀ। ਉਸ ਰਾਤ ਜਿੰਨੇ ਕਾਛੇ ਦੇ ਵਿੱਚ ਗੱਡੇ ਸਨ ਸਾਡੇ, ਥੱਲੇ ਉਤਰੇ ਤੇ ਅਗਲੇ ਲੰਘੇ, ਉਸ ਰਾਤ ਉਹ ਸਾਰੇ ਹੀ ਗੱਡੇ ਜਿਹੜੇ ਸਨ ਉਹ ਨਿਕਲ ਗਏ। ਮੈਂ ਥੱਲੇ ਕੋਈ ਗੱਡਾ ਨਹੀਂ ਰਿਹਾ, ਉਹਨੇ ਹੀ ਗੱਡੇ ਰਹੇ ਜਿਹੜੇ ਸੜਕ ਤੇ ਰਹੇ। ਤੇ ਪਾਣੀ ਇੰਨਾ ਜ਼ੋਰ ਦੀ ਆਇਆ ਵੀ ਉਹ ਪੁਲੀ ਜਿਹੜੀ ਸੀ ਨਾ, ਪੁਲੀ ਬੰਦ ਹੋ ਗਈ। ਜੇ ਜ਼ੋਰ ਪਿਆ ਪਾਣੀ ਦਾ, ਪੁਲੀ ਰੁੜ ਗਈ। ਉਹਨਾਂ ਨੂੰ ਕੀ ਲੋੜ ਸਨ ਪੁਲੀ ਬਣਾ ਕੇ ਦੇਣ ਦੀ। 15-16 ਦਿਨ ਬੇਆਸਰੇ ਰਹਿਣਾ, ਸੜਕ ਤੇ ਰਹਿਣਾ, ਹਾਂਜੀ, ਤੁਹਾਨੂੰ ਪਤਾ ਕਿੰਨਾ ਸੌਖਾ ਹੈ। ਅਸੀਂ ਝੋਨਾ ਵੱਢਦੇ ਰਹੇ ਹਾਂ ਮੁਸਲਮਾਨਾਂ ਦਾ, ਝੰਬਦੇ ਰਹੇ ਹਾਂ, ਤੇ ਪਰਾਲੀ ਦਾ ਰੁਪਈਆ ਵੰਡ ਦਿੰਦੇ ਰਹੇ। ਇਹ ਕਹਾਣੀਆਂ ਬੜੀਆਂ ਲੰਬੀਆਂ ਨੇ ਮਹਾਰਾਜ। ਜੇ 5 ਸਾਲ ਵੱਧ ਬਣ ਲਓ ਤੇ ਰੁਪਈਆ ਨਾ ਨਹੀਂ ਰਹੀ ਦਿਓ, ਆਉਂਦੇ ਹੋਰ ਦਿਓ। ਆਪਣੀ ਲੋੜ ਨੂੰ ਡੰਗਰਾਂ ਨੂੰ ਕੁਛ ਪਾਉਣਾ ਤੇ ਅਸੀਂ ਸੜਕ ਤੇ ਟਾਹਲੀਆਂ ਵੱਢਣੀਆਂ, ਉਹਨਾਂ ਨੂੰ ਪਾੜਨਾ, ਪਾੜ ਕੇ ਧੁੱਪੇ ਰੱਖਣਾ, ਹਾਂਜੀ। ਇੱਕ ਕਹਾਵਤ ਮਸ਼ਹੂਰ ਆ, ਸੱਸ ਵਿਹਲੀ ਵੀ ਲੜੇ ਤੇ ਟਾਹਲੀ ਗਿੱਲੀ ਵੀ ਬੜੇ। ਇਹ ਕਹਾਵਤ ਪੰਜਾਬੀ ਦੀ ਹੈ ਨਾ। ਉਹ ਟਾਹਲੀ ਗਿੱਲੀ ਵੀ ਫਿਰ ਬਾਲਣੀ ਪਈ, ਉਹ ਵੀ ਫਿਰ ਬਾਲਦੇ ਰਹੇ। ਫਿਰ ਇਹਨਾਂ ਨੇ ਗੋਰਖਾ ਭੇਜਿਆ, ਸਿੱਖ ਨਹੀਂ ਭੇਜੇ। ਇਹਨਾਂ ਨੇ ਆਪਣੀ ਫੌਜ ਭੇਜ ਕੇ ਆਪਣੇ ਲੈਂਦੇ, ਤੇ ਉਹਨਾਂ ਫਿਰ ਉੱਥੋਂ ਲੈਲਪੁਰ ਸੁਖੋਦੇ ਵਾਲਿਆਂ ਨੇ ਲਿਆ, ਤੇ ਸਾਨੂੰ ਵੀ ਉੱਥੋਂ ਹੀ ਲਿਆ। ਤੇ ਇਹਨਾਂ ਹੀ ਸਾਡੀ ਮਿਲਟਰੀ ਨੇ ਪੁਲੀ ਬਣਾਈ, ਟੈਂਪਰੇਰੀ, ਜਿਸ ਤਰ੍ਹਾਂ ਫੌਜ ਬਣਾਉਂਦੀ ਹੈ, ਬਣਾ ਕੇ ਫਿਰ ਸਾਨੂੰ ਨਿਭਾਇਆ। ਅਸੀਂ 1 ਮਹੀਨਾ ਕੁਝ ਦਿਨ ਰਹੇ ਰਸਤੇ 'ਚ। ਇਹ ਤੇ ਖਾਣਾ ਦਾਣਾ ਜਿਹੜਾ ਮੁੱਕ ਗਿਆ ਸੀ ਜਾਂ ਸੀਗਾ ਕੋਈ? ਮਹਾਰਾਜ ਨੇ ਕਿਰਪਾ ਹੀ ਕੀਤੀ ਹੈ, ਮੁੱਕਿਆ ਕਿਸੇ ਵੀ ਨਹੀਂ। ਪਹਿਲਾਂ ਹੀ ਬੋਰੀਆਂ ਦੇ ਹਿਸਾਬ ਨਾਲ ਆਟਾ ਤੇ ਸਭ ਕੁਝ, ਤੇ ਸ਼ੱਕਰ, ਖੰਡ, ਸਭ ਕੁਝ ਹਿਸਾਬ ਨਾਲ ਲੱਗ ਰਹੀ ਸੀ। ਮਤਲਬ ਹਰੇਕ ਕਾਫਲੇ ਦੀ ਕੋਈ ਨਾ ਕੋਈ ਅਗਵਾਈ ਕਰਦਾ ਸੀ, ਕੋਈ ਹੈਡ ਹੁੰਦਾ ਸੀ ਉਹਦਾ। ਤੁਹਾਡੇ ਕਾਫਲੇ ਦਾ ਕੋਈ ਸੀ ਇਸ ਤਰ੍ਹਾਂ? ਸੀਧੇ ਹੈਡ ਸਾਡਾ ਕੋਈ ਨਹੀਂ ਸੀ, ਬਸ ਵੇਖਾ ਵੇਖੀ ਚੱਲਦੇ ਸੀ। ਤੇ ਵਿੱਚ ਹਮਲੇ ਕਿਤੇ ਨਾ ਕਿਤੇ? ਹਮਲਾ ਇੱਕ ਹੀ ਹੋਇਆ ਸੀ, ਤੇ ਇੱਕ ਹਮਲੇ 'ਚ 2 ਜੀ ਸਾਡੇ ਨੁਕਸਾਨ ਹੋਇਆ ਹਨ। ਇੱਧਰੋਂ ਫਿਰ ਉਦੋਂ ਕੁਝ ਥੋੜ੍ਹੇ ਜਿਹੇ ਸਿਪਾਹੀ ਹੈ ਸਨ, ਇਹਨਾਂ ਫਿਰ ਜਦੋਂ ਫੈਰ ਕੀਤੇ, ਇਹਨਾਂ ਫਿਰ ਵਾਹ ਮਾਰੇ ਉਹਨਾਂ ਨੇ। ਉਸ ਤੋਂ ਬਾਅਦ ਉਹ ਕਿਸੇ ਜ਼ਰੂਰਤ ਨਹੀਂ ਪਈ ਸਾਡੇ 'ਤੇ ਹਮਲਾ ਸਾਡੇ 'ਤੇ ਕੋਈ ਨਹੀਂ ਹੋਇਆ, ਇਸ ਗੱਲੋਂ ਬਚਾ ਰਿਹਾ। ਤੇ ਕਿਸ ਪਾਸੋਂ ਫਿਰ ਬਾਰਡਰ ਟੱਪਿਆ ਸੀ? ਹਿੰਦੁਸਤਾਨ ਕਿੱਥੇ ਆ ਕੇ ਤੁਸੀਂ ਦਾਖਲ ਹੋਏ? ਅਸੀਂ ਦਾਖਲ ਹੋਏ ਸਾਂ ਜੀ ਭਾਈ ਫੇਰੂ ਗੁਰਦੁਆਰਾ, ਸੁਣਿਆ ਹੋਣਾ ਤੁਸੀਂ? ਹਾਂ, ਬਿਲਕੁਲ ਬਿਲਕੁਲ। ਉਹ ਮਿੰਟੋ ਮੇਰੀ ਲਾਹੌਰ ਸੜਕ ਦੇ ਉੱਤੇ ਅਸੀਂ ਭਾਈ ਫੇਰੂ ਬਿਲਕੁਲ। ਹੈਡ ਬੱਲੋਂ ਲੰਘੇ ਆਏ। ਹਾਂ, ਹੈਡ ਬੱਲੋ ਉਹ ਸਭ ਤੋਂ ਖਤਰਨਾਕ ਸੀ। ਹੈਡ ਬੱਲੋਂ ਕ੍ਰਾਸ ਕਰਕੇ ਤੇ ਅਗਲੇ ਬੰਨੇ ਭਾਈ ਫੇਰੂ ਗੁਰਦੁਆਰੇ ਦੇ। ਭਾਈ ਫੇਰੂ ਗੁਰਦੁਆਰੇ ਕੱਚਾ ਰਸਤਾ ਜਾਂਦਾ ਸੀ ਰੁੱਖਾਂ ਵਾਲੀ, ਹਾਂਜੀ, ਰੁੱਖਾਂ ਵਾਲੀ ਤੋਂ ਅੱਗੇ ਫਿਰ ਤੁਹਾਡਾ ਹਿੰਦੁਸਤਾਨ ਆ ਗਿਆ, ਹਾਂਜੀ। ਇੱਧਰ ਆ ਕੇ ਫਿਰ ਨਵੇਂ ਸਿਰਿਓਂ ਘਰ ਬਣਾਉਣੇ, ਜ਼ਮੀਨਾਂ ਮਿਲਣੀਆਂ, ਇਹ ਸਾਰਾ ਕੁਝ ਬੜਾ ਔਖਾ ਹੋਣਾ ਨਵੇਂ ਸਿਰਿਓਂ। ਇੰਨਾ ਕਹੋ ਆਖਾਗਾ ਵੀ 8 ਸਾਲ ਹਾਂ ਘਰ ਦੀ ਕਣਕ ਨਹੀਂ ਖਾ ਕੇ ਵੇਖੀ ਨਾ ਹੋਈ ਹੈ। ਉਹਦਾ ਕਾਰਨ ਇਹ ਸੀ ਵੀ ਇੱਥੇ ਰਹੇ ਮਸਾਰੀਆਂ ਕੁਛ ਤੇ ਇੱਥੇ ਥੋੜ੍ਹੀ ਜ਼ਮੀਨਾਂ ਮਿਲੀਆਂ, ਉਹ ਕੁਛ ਤੇ ਬਰਾਨ ਜ਼ਮੀਨਾਂ ਹਨ, ਤੇ ਬਰਾਨ ਜ਼ਮੀਨਾਂ ਨੂੰ ਕੁਝ ਦਿਨਾਂ ਵਾਸਤੇ ਕਿਹਨਾਂ ਬਾਤ ਕਰਨਾ ਸੀ। ਬਿਲਕੁਲ, ਹਾਂਜੀ। ਫਿਰ ਜ਼ਮੀਨ ਅਲਾਟ ਹੋਈ, ਸਾਡੀ ਜ਼ਮੀਨ ਜਿਹੜੀ ਸੀ ਉਹ ਅਲਾਟ ਹੋਈ 3 ਪਿੰਡਾਂ 'ਚ। ਲੁੱਟ ਵਾਲੀ ਗੱਲ, ਅੰਗਰੇਜ਼ ਨੇ ਸੱਕੇ ਇੱਕ ਦੂਜੇ ਨਾਲ ਨਿਭਾਏ ਆ,
ਜਦੋਂ ਜ਼ਮੀਨ ਦਿੱਤੀ ਆ ਪਿੰਡ ਘਰ ਨਾਲ ਘਰ ਤੇ ਮਰਬੇ ਦਾ ਮਰਬਾ ਦਿੱਤਾ, ਤੇ ਸਾਡੀ ਸਰਕਾਰ ਨੇ ਸਾਡੇ ਇੱਕ ਦੀ ਜ਼ਮੀਨ ਨੂੰ 3 ਪਿੰਡਾਂ 'ਚ ਦਿੱਤਾ। ਫਿਰ ਪਿੰਡ ਕਿਹੜੇ? 29 ਸਟੈਂਡਰਡ ਏਕੜ ਦਿੱਤੀ ਕਿਹੜਾ ਦੇਸਾ ਸਿੰਘ ਕਾਲੇ ਅਫਗਾਨਾਂ ਦੇ ਨਾਲ, 6 ਸਟੈਂਡਰਡ ਦਿੱਤੀ ਇੱਥੇ ਬਟਾਲੇ ਦੇ ਨਾਲ ਪੁਰੀਆਂ, 6 ਸਟੈਂਡਰਡ ਦਿੱਤੀ ਪਰ ਉੱਥੇ ਇੱਕ ਪੰਡਤਾਂ ਦਾ ਪਿੰਡ ਆ ਉੱਥੇ 3 ਪਿੰਡਾਂ 'ਚ। ਤੇ ਜਿਹੜੀ ਕਿਲੇ ਗਏ ਉਹ ਕੁਦਰਤੀ ਜ਼ਮੀਨ ਹੀ ਉਹ ਮਿਲੀ ਜਿਹੜੀ ਵੰਗ ਸੀ, ਉਹ ਵੀ ਸਾਲ ਦੇ ਸਾਲ ਰੁੜ ਗਈ। ਫਿਰ ਇਹ ਜ਼ਰੂਰ ਸੀ ਭਈ ਸਰਕਾਰ ਨੇ ਇਹਨਾਂ ਖਿਆਲ ਰੱਖਿਆ ਸਿਟਿੰਗ ਲਾਟੀ, ਅੱਛਾ ਸਿਟਿੰਗ ਲਾਟੀ ਦਾ ਹੱਕ ਰੱਖਿਆ ਸੀ ਵੀ ਅਗਰ ਤੇਰੀ ਤਸੱਲੀ ਨਹੀਂ ਜਿੱਥੇ ਤੂੰ ਗਿਆ ਹੈ ਤੇ ਜਿੱਥੇ ਤੂੰ ਪਹਿਲਾਂ ਰਿਹਾ ਆਰਜ਼ੀ ਅਲਾਟਮੈਂਟ ਸੀ ਤੇਰੀ, ਉੱਥੇ ਤੂੰ ਆ ਸਕਦਾ। ਫਿਰ ਦਰਖਾਸਤਾਂ ਦਿੱਤੀਆਂ, ਫਿਰ ਮਸਾਣੀਆਂ ਵਾਲੇ ਹੋ ਗਏ। ਜਿਹੜੇ 6 ਸਟੈਂਡਰਡ ਇੱਥੇ ਸਨ ਇਹਨਾਂ ਦਾ ਠੇਕਾ ਲੈਣਾ, ਉਹਦੇ ਨਾਲ ਲੂਣ ਮਿਰਚ ਲੈ ਆਉਣਾ, ਤੇ 6 ਕਿੱਲੇ ਪੰਡਤਾਂ ਦੇ ਨੇ ਹੱਟੀਆਂ ਦੇ ਦਾਣੇ ਦੁਣੇ ਦੇ ਦੇਣੇ, ਠੇਕਾ ਉਹਨਾਂ ਵੀ ਦੇਣੇ ਸੀ। ਹਾਂਜੀ, ਉਹ ਵੀ ਕੋਈ ਸਾਲ ਜਿਹੜੇ ਨੇ ਇਸੇ ਤਰ੍ਹਾਂ ਨਹੀਂ ਆਏ। ਮਤਲਬ ਫਿਰ ਇੱਥੇ ਆਏ ਜੀ, ਇੱਥੇ ਜਦੋਂ ਅਸੀਂ ਆਏ ਹਾਂ ਸਾਲ ਹੀ ਇੱਕ ਲੰਘਿਆ ਹੋਣਾ ਸ਼ਾਇਦ, ਇੱਥੇ ਵੀ ਹੜ੍ਹ ਆਉਣੇ ਸ਼ੁਰੂ ਹੋ ਗਏ। ਪਾਣੀ ਇੰਨਾ ਆਉਂਦਾ ਹੁੰਦਾ ਸੀ, ਆ ਸੂਆ ਵੇਖਿਆ ਨਾ ਤਾਂ ਪਾਣੀ ਜੀ 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 ਜੀ, ਸੂਏ ਦੀ ਪਰੜੀ ਦੇ ਬਰੋਬਰ ਪਾਣੀ ਹੁੰਦਾ, ਮੱਘਰ ਤੱਕ ਪਾਣੀ ਪਾਣੀ। ਮੱਘਰ ਦੇ ਮਹੀਨੇ ਤੱਕ ਨਾ ਕੋਈ ਪੱਠਾ ਬੀਜਿਆ ਜਾਣਾ, ਨਾ ਕਣਕ ਬੀਜੀ ਜਾਣੀ, ਤੇ ਝੋਨਾ ਤੇ ਪੱਕਾ ਰੁੜ ਦਿੰਦਾ ਸੀ ਨਾ। ਸਿਰਫ ਤੇ ਸਿਰਫ ਬਾਸਪਤੀ ਮੰਜੀ ਖੜਨੀ, ਜੋ ਪਾਣੀ ਠਾਂ ਹੋਇਆ ਮੰਜੀ ਖੜਨੀ, ਉੱਤੋਂ ਤੋਂ ਮੰਜਰਾ ਲਾ ਕੇ ਬਾਸਪਤੀ ਦੀ ਮੰਜੀ ਤੇ ਰੱਖ ਲਈ, ਉਹਦੇ ਚੌਲ ਬਣਾ ਕੇ ਇੱਥੇ ਵੀ ਕੁਛ ਚਿਰ ਖਾਂਦੇ ਨੇ। ਤਾਂ ਤੁਹਾਨੂੰ ਮਰਜ਼ ਕੀਤੀ ਵੀ 8 ਸਾਲ ਲਗਾਤਾਰ ਕੋਈ ਸੁੱਖ ਦਾ ਸਾਹ ਨਹੀਂ ਮਿਲਿਆ। ਦੂਸਰਾ ਇਹ ਵੀ ਸਾਡੇ ਬਜ਼ੁਰਗ ਜਿਹੜੇ ਸਨ ਨਾ, ਉਹਨਾਂ ਨੇ ਖਿਆਲ ਨਾ ਕੀਤਾ, ਰੁਪਈਏ ਜ਼ਮੀਨ ਤੇ ਲਈ ਸੀ ਪਰ ਰੁਪਈਆ 6000 ਰੁਪਏ ਦੀ 3,000 ਰੁਪਇਆ ਆੜਤੀਆਂ ਕੋਲ ਪਿਆ ਸੀ, ਉਹ ਨਹੀਂ ਬਜ਼ੁਰਗ ਲਿਆ ਸਕੇ। ਅੱਛਾ, ਲੈਲਪੁਰ ਆੜਤੀ ਕੌਣ ਸੀ, ਸਿੱਖ ਕਿ ਮੁਸਲਮਾਨ? ਨਹੀਂ, ਹਿੰਦੂ ਸਨ। ਹਿੰਦੂ ਸੀਗੇ, ਹਾਂ। ਮੁੜ ਕੇ ਉਹ ਮਿਲੇ ਨਹੀਂ ਹੋਣੇ। ਮੈਂ ਇੱਧਰ ਮਿਲੇ, ਮੁਕਰ ਕੇ ਮੋਏ ਦਿੰਦੇ, ਫਿਰ 3300 ਰੁਪਇਆ ਘਰ ਸੀ ਪਿਆ, ਬਸ ਉਹਦੇ ਨਾਲ ਫਿਰ ਇੱਥੇ ਗੁਜ਼ਾਰਾ ਹੁੰਦਾ ਜੀ। ਤੇ ਇਹ ਮਤਲਬ ਥੋੜਾ ਜਿਹਾ ਹੁਣ ਦੱਸਿਓ ਵੀ ਜਿਹੜਾ ਇਹ ਮਸਾਣੀਆਂ ਪਿੰਡ ਆ, ਹਾਂਜੀ, ਇਹ ਵੀ ਕਹਿੰਦੇ ਆਪਣੇ ਵੇਲੇ ਦਾ ਮਸ਼ਹੂਰ ਪਿੰਡ ਸੀ। ਦੇਖੋ ਜੀ, ਇਹ ਤੇ ਤੁਸੀਂ ਅੱਗੇ ਵੀ ਦੱਸ ਆਏ ਹੋ ਨਾ, ਸਾਰਾ ਹੁਸ਼ਿਆਰਪੁਰ ਇਹਨਾਂ ਦਾ ਮਰੀਦ ਸੀ, ਮੁਸਲਮਾਨ। ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਸੀ, ਇਹਨਾਂ ਨੂੰ ਖੂਹ ਆਉਣ ਦੀ ਕੀ ਲੋੜ ਸੀ? ਹਾਂਜੀ, ਉਹ ਮਰੀਦਾਂ ਦੇ ਜਿਹੜੇ ਸੰਗ ਅਗਰ ਆਈ ਉਹ ਬਥੇਰੀ ਆਉ ਜਾਂਦੀ। ਦੂਸਰਾ ਇਹ ਆ ਕਿ ਮੁਲਾਜ਼ਮ ਬੜੇ ਸਨ, ਮੁਲਾਜ਼ਮ ਵੀ ਤਕਰੀਬਨ ਇੱਕ ਰਾਤ ਹੀ ਸਨ। ਮਸਾਣੀਆਂ ਦਾ ਤਹਿਸੀਲਦਾਰ ਜਿਹੜਾ ਵਾਲੇ ਬੜਾ ਚਿਰ ਰਿਹਾ ਪਹਿਲਾਂ ਪਾਕਿਸਤਾਨ ਬਣਨ ਤੋਂ ਪਹਿਲਾਂ, ਉਹ ਮੈਨੂੰ ਯਾਦ ਹੈ ਵੀ ਉਹ ਉੱਥੇ ਜਿਹੜਾ ਵਾਲੇ ਸੀ। ਤੁਸੀਂ ਮਸਾਣੀਆਂ ਦਾ ਸੁਣਿਆ ਹੋਣਾ ਪਹਿਲਾਂ ਵੀ? ਉਦੋਂ ਤਾਂ ਖਿਆਲ ਹੀ ਨਾ ਕੀਤਾ, ਉਦੋਂ ਧਿਆਨ ਨਹੀਂ ਦਿੱਤਾ। ਠੀਕ ਹੈ ਜੀ, ਹੋ ਕੋਈ ਹੋ, ਬਸ ਚੌਧਰੀ ਸੀ, ਉਹ ਸੀ ਵੱਡਾ ਤਹਿਸੀਲਦਾਰ। ਤੇ ਹੁਣ ਚਲੋ, ਹੁਣ ਗੱਲ ਨੂੰ ਸਮੇਟਦੇ ਹੋਏ ਆਪਾਂ ਇੱਕ ਤੁਹਾਨੂੰ ਆਖਰੀ ਜਿਹੜਾ ਪ੍ਰਸ਼ਨ ਪੁੱਛਦੇ ਹਾਂ ਕਿ ਕਦੀ ਦਿਲ ਕੀਤਾ ਉਹ ਚੱਕ ਦੁਆਰਾ ਵੇਖਣ ਨੂੰ? ਦਰਅਸਲ ਕੋਸ਼ਿਸ਼ ਕੀਤੀ ਆ ਤੇ ਜੁਗਾੜ ਨਹੀਂ ਕੋਈ ਬਣਿਆ, ਸਾਥੀ ਨਹੀਂ ਕੋਈ ਧੜਿਆ, ਸਾਥ ਨਹੀਂ ਬਣਿਆ। ਤੇ ਨਾਲ ਉਹਦੇ ਤੇਲੀ ਦੇ ਨਾਲ ਇਹ ਨਾ, ਸਾਡੇ ਪਿੰਡ ਚੋਂ ਮਾਸਟਰ ਉਹਨਾਂ ਨੂੰ ਪਤਾ ਸੀ, ਜਗੀਰ ਸਿੰਘ ਆ ਭਾਈ, ਉਹਨੂੰ ਉਹ ਤੇਲੀ ਮਿਲੇ ਸਨ, ਉਹਨਾਂ ਚੇਚਾ ਲਿਖਿਆ ਸੀ ਵੀ ਉਹਨਾਂ ਨੂੰ ਅੱਲਾ ਦਾ ਵਾਸਤਾ ਪਾਈ, ਉਹਨਾਂ ਦੋਵਾਂ ਭਰਾਵਾਂ ਚੋਂ ਕੋਈ ਤਾਂ ਸਾਨੂੰ ਆ। ਜਗੀਰ ਸਿੰਘ ਜਿਹੜੇ ਆਪਣੇ ਨਾਗਰਾ ਸਾਹਿਬ, ਉਹਨਾਂ ਨੂੰ ਮਿਲਿਆ ਸੀ? ਉਹ ਗਏ ਸੀ ਉੱਥੇ ਤੁਹਾਡੇ ਪਿੰਡ ਨਨਕਾਣਾ ਸਾਹਿਬ। ਨਨਕਾਣਾ ਸਾਹਿਬ ਮਿਲੇ? ਨਨਕਾਣਾ ਸਾਹਿਬ ਹੀ ਉਹ ਆਏ। ਨਹੀਂ ਕੋਈ ਚਿੱਠੀ ਪਾਈ ਸੀ ਜਾਂ ਵੈਸੇ ਅਚਨਚੇਤ ਮਿਲ ਨਹੀਂ, ਗਏ? ਵੈਸੇ ਉਹ ਆਏ ਹਾਂ ਵੀ ਖੌਰੇ ਕੋਈ ਮਿਲ ਪਏਗਾ, ਖੌਰੇ ਕੋਈ ਮਿਲ ਪਏਗਾ। ਦੇਖੋ ਨਾ ਜੀ, ਜਦੋਂ ਬੰਦਾ ਜ਼ੀਰੋ ਤੋਂ ਤਾਂ ਉੱਪਰ ਉੱਠੇ ਨਾ, ਉਹਦੀ ਫਿਰ ਖਾਸ ਹੁੰਦੀ ਹੈ ਵੀ ਬਣਾ
ਆਹ ਉਹ ਜ਼ੀਰੋ ਤੋਂ ਤਾਂ ਉੱਠੇ, ਤੇਲੀ ਨਹੀਂ ਹਰੇ ਹੁਣ ਤੇ ਤੇਲ ਦੇ ਮਾਲਕ ਹੋ ਗਏ ਹਨ ਜੜ੍ਹਾਂ ਵਾਲੇ। ਤੇਲ ਦਾ ਕਾਰੋਬਾਰ ਸੀ ਬੜਾ ਉਹਨਾਂ ਦਾ, ਕੁਝ ਭਰਾਵਾਂ ਦਾ ਜੜ੍ਹਾਂ ਵਾਲੇ, ਕੁਝ ਭਰਾਵਾਂ ਦਾ ਲੈਲਪੁਰ। ਉਹਦਾ ਜੀ ਕਰਦਾ ਸੀ ਪੁਰਾਣੇ ਸੱਜਣਾ ਨੂੰ ਮਿਲੀਏ। ਉਹਨਾਂ ਜੀ ਕਰਦਾ ਸੀ ਸਾਨੂੰ ਮਿਲ, ਕਿਉਂ ਸਾਡੀ ਜ਼ਮੀਨ ਜਿਹੜੀ ਸੀ ਨਾ ਉਹ ਦੋਵੇਂ ਮਰਬੇ ਪਿੰਡ 'ਚ ਇੱਕੋ ਲਾਈਨ ਤੇ ਸੀ। ਜਿਹੜੀ ਆਬਾਦੀ ਸਾਡੀ ਸੀ ਨਾ ਮਾਲਕਾਂ ਦੀ ਜੱਟਾਂ ਦੀ, ਉਹ ਪੂਰੇ ਮਰਬੇ ਹੀ ਸੀ, ਤੇ ਜਿਹੜਾ ਮਰਬਾ ਬੈ ਲਿਆ ਸੀ ਉਹ ਉਸ ਮਰਬੇ ਦੇ ਨਾਲ ਲੱਗਦਾ ਸੀ, ਪਿੰਡ ਦੇ ਨਾਲ ਸੀ। ਉਹਦੇ ਨਾਲ ਅਗਲੇ ਬੰਦੇ ਦੂਜਾ ਮਰਬਾ ਸੀ, ਉਹ ਅੱਧੇ ਮਰਬੇ ਦੀ ਆਬਾਦੀ ਤੇ। ਅੱਛਾ ਇੱਕ ਗੱਲ ਦੱਸਿਓ, ਤੁਹਾਡਾ ਜਿੱਦਾਂ ਕਿ ਹਰੇਕ ਪਿੰਡ ਦੇ ਨਾਲ ਲੱਗਦਾ, ਤੁਹਾਡੇ ਨਾਲ ਜੀ ਵੀ ਲੱਗਦਾ ਸੀ, ਗੁਗੇਰਾ ਬਰਾਜ ਦਾ ਪਾਣੀ ਲੱਗਦਾ ਸੀ ਤੁਹਾਨੂੰ? ਜੀ ਵੀ ਤੇ ਲੱਗਦਾ ਸੀ, ਜੀ ਵੀ ਲੱਗਦਾ ਸੀ। 72 ਤੱਕ ਜੀ ਵੀ ਗਾਹਬੇ ਗਾਹਬੇ ਗੋਗੇਰਾ ਬ੍ਰਾਂਚ, ਗੋਗੇਰਾ ਨਹਿਰ ਤੁਹਾਨੂੰ ਦੱਸਿਆ ਨਾ ਵੀ ਕੱਢੀ ਸੀ 13 ਸਾਲ ਗੋਗੇਰਾ ਨਹਿਰ ਕੱਢਣ ਤੇ, ਜੀ, ਗੋਗੇਰਾ ਨਹਿਰ ਦੀਆਂ ਬ੍ਰਾਂਚਾਂ ਬਣਾਉਣ ਤੇ ਜੀ, 13 ਸਾਲ ਲੱਗੇ, ਤੇ 13 ਸਾਲ ਹੀ ਆਬਾਦ ਕਰਨ ਤੇ ਲੱਗੇ। ਆਬਾਦ ਸਿੱਖ ਤੇ ਨਾ ਹੋਏ, ਹਰ ਪਿੰਡ ਬਣਾਏ, ਪਿੰਡਾਂ ਦੇ ਮਰਬੇ ਬਣਾਏ, ਚੱਕ ਬਣਾਏ, ਫਿਰ ਇੱਥੋਂ ਲੋਕ ਚੁੱਕੇ, ਆਬਾਦ ਕੀਤੇ, ਫਿਰ ਉਹਨਾਂ ਨੂੰ ਪਾਬੰਦ ਵੀ ਕੀਤਾ ਸੀ। ਅੱਛਾ ਅੰਗਰੇਜ਼ ਬੜਾ ਸਿਆਣਾ ਸੀ, ਅੰਗਰੇਜ਼ ਨੇ ਪਾਬੰਦ ਕੀਤੇ ਸਨ। ਅੰਗਰੇਜ਼ ਨੂੰ ਪਤਾ ਸੀ ਵੀ ਜੰਗਲ ਆਬਾਦ ਕਰਨਾ ਸੌਖਾ ਨਹੀਂ, ਨੱਸਣਾ ਜਾਣ, ਅੱਛਾ 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 ਇਸ ਕਰਕੇ ਪਾਬੰਦ ਕੀਤੇ ਸਨ। ਔਰ ਗੱਲ ਨੱਸਣ ਵਾਲੀ ਸੀ, ਮਾਮਲੇ ਨਹੀਂ ਹਨ ਕਰਦੇ। ਤੇ ਗੱਲ ਇਸ ਤਰ੍ਹਾਂ ਆ ਜੀ, ਕੋਈ ਯਾਦ ਕੋਈ ਗੱਲ ਰਹਿ ਗਈ ਹੋਵੇ ਉਹ ਤੁਸੀਂ ਦੱਸ ਸਕਦੇ ਆ, ਜਿਹੜੀ ਉਹ ਬਾਰ ਨਾਲ ਸੰਬੰਧਿਤ ਹੋਵੇ? ਤੁਸੀਂ ਜਿਹੜੀ ਪੁੱਛੋਗੇ, ਤੇ ਤੁਸੀਂ ਕਾਫੀ ਵਧੀਆ ਤਫਸੀਲ ਨਾਲ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਤੇ ਬੜਾ ਚੰਗਾ ਲੱਗਿਆ ਜੀ। ਮੈਨੂੰ ਲੱਗਦਾ ਦਰਸ਼ਕਾਂ ਨੂੰ ਵੀ ਬਹੁਤ ਚੰਗਾ ਲੱਗੂਗਾ ਕਿ ਇਸ ਤਰ੍ਹਾਂ ਦੇ ਬਜ਼ੁਰਗ ਬੜੇ ਘੱਟ ਮਿਲਦੇ ਨੇ। ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ, ਮਿਹਰਬਾਨੀ ਜੀ, ਚੰਗਾ ਜੀ, ਧੰਨਵਾਦ ਜੀ, ਧੰਨਵਾਦ। ਮੇਰਾ ਨਾਮ ਹੈ, ਮੈਂ ਇਹਨਾਂ ਦਾ ਬਜ਼ੁਰਗਾਂ ਦਾ ਹੈਗਾ ਸਰਦਾਰ ਗੁਰਮੇਜ ਸਿੰਘ ਸਾਨੂੰ ਫਤੇਜਾ ਸਿੰਘ, ਮੈਨੂੰ ਹਰਵਿੰਦਰ ਸਿੰਘ ਕਾਲੋਂ ਆ, ਪੱਪੂ ਕਾਲੋਂ ਕਰਕੇ ਮਸਾਣੀਆਂ ਦਾ ਰਹਿਣ ਵਾਲਾ। ਮੈਂ ਇੱਥੋਂ ਦੀ ਯੂਥ ਕਲੱਬ ਹੈ ਇੱਕ, ਉਹਦਾ ਮੈਂ ਚੇਅਰਮੈਨ ਵੀ ਹਾਂ। ਕਿ ਸਾਡੇ ਇੱਥੇ ਬਾਬਾ ਬਦਨ ਸ਼ਾਹ ਦੀਵਾਨ ਹੋਣਾ ਦੀ ਇੱਕ ਮਸਜਿਦ ਆ, ਕਿਉਂਕਿ ਇਹ ਬਹੁਤ ਹੀ ਪੁਰਾਣੀ ਜਗ੍ਹਾ ਹੈਗੀ ਆ। ਛੋਟੀ ਇੱਟ ਦੀ, ਨਿੱਕੀ ਇੱਟ ਦੀ ਇਹਨਾਂ ਦੀ ਬਣੀ ਹੋਈ ਆ, 4 ਮੀਨਾਰ ਨੇ, ਬੜਾ ਵਧੀਆ ਇਹਨਾਂ ਦਾ ਇਹ ਹੈਗਾ। ਇਹ ਜਿਹੜੀ ਇਹ ਹਿਸਟਰੀ ਦੇ ਵਿੱਚ ਇਹਨੂੰ ਆਪਾਂ ਵਰਲਡ ਲੈਵਲ ਦੀ ਜਨੈਕਸੋ ਵਗੈਰਾ ਦੇ ਵਿੱਚ ਅਟੈਚ ਕੀਤਾ ਗਿਆ, ਔਰ ਇਹਦੀ ਸਾਂਭ ਸੰਭਾਲ ਵਾਸਤੇ ਵੀ ਬੰਦੇ ਹੈਗੇ ਨੇ। ਆਪਾਂ ਉੱਥੇ ਹਰ ਸਾਲ ਇੱਕ ਮੇਲਾ ਕਰਾਉਂਦੇ ਆ, ਉਹਦੇ ਵਿੱਚ ਕਾਫੀ ਜਦੋਂ ਵੀ ਆ ਪਿੱਛੇ ਗੁਲਾਨੀ ਬਰਾਦਰੀਆਂ ਆਈਆਂ ਨੇ ਪਾਕਿਸਤਾਨ ਤੋਂ, ਉਹਨਾਂ ਨਾਲ ਵੀ ਮੇਰੀ ਕਾਫੀ ਆਪਣੀ ਗੱਲਬਾਤ ਹੋਈ। ਉਹ ਕਹਿਣ ਦਾ ਮਤਲਬ ਪਿੰਡ ਬਹੁਤ ਵਧੀਆ ਵਾ। ਪਾਰਟੀਸ਼ਨ ਤੋਂ ਪਹਿਲਾਂ ਵੀ ਬਹੁਤ ਇੰਟੈਲੀਜੈਂਟ ਪੜ੍ਹਿਆ ਲਿਖੇ ਲੋਕ ਸੀ ਨੇ ਇੱਥੋਂ ਦੇ, ਜਿਹੜੇ ਮੁਸਲਮਾਨ ਛੱਡ ਕੇ ਗਏ ਨੇ। ਉਹਨਾਂ 'ਚ ਲਾਇਰ ਵੀ ਸੀ, ਉਹਨਾਂ 'ਚ ਜੱਜ ਵੀ ਸੀ, ਉਹਨਾਂ 'ਚ ਪੁਲਿਸ ਮਹਿਕਮੇ 'ਚ SP ਲੈਵਲ ਦੇ ਵੀ ਬੰਦੇ ਸੀ। ਹੁਣ ਵੀ ਜਿਹੜਾ ਮਸਾਣੀਆਂ ਪਿੰਡ ਆ ਨਾ, ਇੱਥੋਂ ਤੱਕ ਇੱਥੇ ਕਰਨਲ, ਸੈਕਟਰੀ, DC, SSP, ਮਤਲਬ ਕਹਿਣ ਦਾ ਭਾਵ ਡਾਕਟਰ, ਇਹ ਅਜੇ ਵੀ ਬਹੁਤ ਡਿਵੈਲਪ ਤੇ ਪੜ੍ਹਿਆ ਲਿਖਿਆ ਪਿੰਡ ਮੰਨਿਆ ਜਾਂਦਾ ਇਸ ਏਰੀਏ ਦੇ ਵਿੱਚ। ਬਾਕੀ ਇਹ ਵੀ ਮੈਂ ਇਹਨਾਂ ਤੋਂ ਸੁਣਦਾ ਰਿਹਾ ਵੀ ਸਾਡੇ ਜਿਹੜੇ ਬਜ਼ੁਰਗ ਸੀ, ਮੇਰੇ ਦਾਦਾ ਜੀ, ਉਹਨਾਂ ਨੇ ਇੱਥੋਂ ਜਾ ਕੇ ਡਿਸਟ੍ਰਿਕਟ ਗੁਰਦਾਸਪੁਰ ਚੋਂ, ਇਹਨਾਂ ਦਾ ਇੱਥੇ ਹੈਗਾ ਸੀਗਾ ਛੰਨੀਆਂ ਪਿੰਡ ਪੁਰਾਣਾ, ਉੱਥੋਂ ਜਾ ਕੇ ਇਹਨਾਂ ਨੇ ਕਾਫੀ ਮਿਹਨਤ ਕੀਤੀ। ਬਜ਼ੁਰਗਾਂ ਦੀ ਤੇ ਮੈਂ ਬਹੁਤ ਦੇਣ ਸਮਝਣਾ, ਕਿਉਂਕਿ ਮੈਂ ਬੜਾ ਰਿਸਪੈਕਟ ਕਰਨਾ ਉਹਨਾਂ ਦੀ ਕਿ ਇਹਨਾਂ ਨੇ ਭਰਾਵਾਂ ਨੇ ਤੇ ਉਨੀ ਮਿਹਨਤ ਨਹੀਂ ਹੋਈ ਜਿੰਨੀ ਕਿ ਸਾਡੇ ਦਾਦਾ ਜੀ ਨੇ ਕੀਤੀ। ਦਾਦਾ ਜੀ ਨੇ ਜ਼ਮੀਨ ਆਬਾਦ ਕੀਤੀ, ਜ਼ਮੀਨ ਬਣਾਈ, 2 ਮਰਬੇ ਆਪਣੀ ਬਣਾਈ, ਕੁਛ ਇਹਨਾਂ ਨੇ ਜਿੱਦਾਂ ਆਪਾਂ ਗਹਿਣੇ ਰਹਿਣ ਕਹਿੰਦੇ ਆ ਉਹ ਲਈ। ਫਿਰ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਇੱਕ ਨੌਲੇਜ ਦਿੱਤੀ ਮੈਨੂੰ ਅੰਗਰੇਜ਼ਾਂ ਦੀ, ਜਿਹੜੀ ਕਿ ਮੈਨੂੰ ਬਹੁਤ ਚੰਗੀ ਲੱਗਣ ਡਈ ਸੀ। ਵੀ ਉਹਨਾਂ ਨੇ ਜਦੋਂ ਆਬਾਦ ਕੀਤੀਆਂ 12, ਉਹਨਾਂ ਨੇ ਪਹਿਲੇ ਪਾਣੀ ਖੜਿਆ, ਨਹਿਰਾਂ ਕੱਢੀਆਂ, ਔਰ ਨਹਿਰਾਂ ਤੋਂ ਬਾਅਦ ਉਹਨਾਂ ਨੇ ਜ਼ਮੀਨ ਡਿਵਾਈਡ ਕੀਤੀ, ਲੋਕਾਂ ਨੂੰ ਦਿੱਤੀ, ਔਰ ਲੋੜਵੰਦ ਲੋਕਾਂ ਨੂੰ ਦਿੱਤੀ। ਤੇ ਉਹਨਾਂ ਦੀ ਕਾਰਗੁਜ਼ਾਰੀ, ਜੋ ਕੰਮ ਕਰਦੇ ਰਹੇ ਅੰਗਰੇਜ਼, ਉਹਨਾਂ ਦੀ ਸੁਣ ਕੇ ਮੈਨੂੰ ਇੰਡੀਆ ਦੀਆਂ ਸਰਕਾਰਾਂ ਦੇ ਹਿਸਾਬ ਨਾਲ ਦੀ ਬੈਟਰ ਲੱਗੇ। ਚਾਹੇ ਅਸੀਂ ਗੁਲਾਮ ਸੀ, ਹੁਣ ਅਸੀਂ ਯਾਦ ਆ, ਆਜ਼ਾਦੀ ਤਾਂ ਬਹੁਤ ਵਧੀਆ ਚੀਜ਼ ਆ, ਪਰ ਜਦੋਂ ਅਸੀਂ ਗੁਲਾਮ ਸੀ ਨਾ, ਉਹਨਾਂ ਦੀ ਵੀ ਲੋਕ ਕਿਉਂ ਸਿਫਤ ਕਰਦੇ ਨੇ ਅੰਗਰੇਜ਼ਾਂ ਦੀ। ਤੇ ਜੋ ਪਾਰਟੀਸ਼ਨ ਹੋਈ ਉਸ ਤੋਂ ਬਾਅਦ ਜਿੰਨਾ ਕੁ ਲੋਕਾਂ ਨੇ ਸੰਤਾਪ ਹੰਡਾਇਆ 47 ਤੋਂ ਬਾਅਦ, ਕਿਉਂਕਿ ਉਹਦੇ ਵਿੱਚ ਕੋਈ ਸਿਸਟਮ ਨਹੀਂ ਬਣਾਇਆ ਪਾਕਿਸਤਾਨ ਗਵਰਨਮੈਂਟ ਨੇ, ਨਾ ਇੰਡੀਆ ਗਵਰਨਮੈਂਟ ਨੇ, ਵੀ ਲੋਕਾਂ ਨੂੰ ਸ਼ਿਫਟ ਕਿੱਦਾਂ ਕਰਨਾ ਹੈਗਾ। ਆਪਣੇ ਇਹਨਾਂ ਨੇ ਡਿਵਾਈਡ ਕਰ ਲਿਆ, ਪਾਕਿਸਤਾਨ ਬਣਾ ਲਿਆ, ਇੰਡੀਆ ਦੇ ਵਿੱਚੋਂ ਪਾਕਿਸਤਾਨ ਵੱਖਰਾ ਕਰ ਦਿੱਤਾ, ਔਰ ਲੋਕਾਂ ਨੂੰ ਸਹੀ ਤਰੀਕੇ ਨਾਲ ਉਹਨਾਂ ਦੀ ਜਗ੍ਹਾ ਤੇ ਨਹੀਂ ਪਹੁੰਚਾਇਆ ਗਿਆ। ਉਹ ਰਸਤੇ 'ਚ ਮਾਰੇ ਗਏ, ਲੁੱਟੇ ਗਏ, ਤਬਾਹ ਹੋ ਗਏ, ਸਾਰੇ ਪਿੰਡ ਕਈ ਵਾਰੀ ਕਤਲ ਹੋ ਗਏ। ਕੁਛ ਲੋਕ ਉਹ ਜਿਹੜੀ ਲੁੱਟ ਮਾਰ ਸੀ, ਜਿਹੜੀ ਕਤਲੋਗਾਰਤ ਸੀ, ਉਹਨੂੰ ਯਾਦ ਕਰਦੇ ਨੇ 15 ਅਗਸਤ ਤੇ।